वही करिए जी। हाँ जी छोटा मतलब कहानियां पाठ चाहिए था। ਜਿਹੜਾ ਅਸਲੀ ਕੰਮ ਤਾਂ ਉਹੀ ਹੈ ਨਾ। ठीक है जी, ठीक है, थैंक यू ना काम। थैंक यू जी, थैंक यू। ਅਸੀਂ ਤਾਂ ਸ਼ੁਗਲੇ ਕਰਦੇ ਹਾਂ ਜੀ। ਗਿਆਨੀ ਜੀ ਹੁਣ ਆ ਗਏ ਆ। ਬਿਲਕੁਲ ਜ਼ਰੂਰੀ ਹੈ, ਬਿਲਕੁਲ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਲਾਫਟਰ ਇਜ਼ ਮੈਡੀਸਨ। ਹਾਂਜੀ ਬਿਲਕੁਲ ਜੀ, ਬਿਲਕੁਲ। ਇਹ ਵੀ ਚੰਗੀ ਗੱਲ ਹੈ ਜੀ। ਸਾਡੇ ਨਾਲ ਗਿਆਨੀ ਜਿਹੜੇ ਹੈਗੇ ਆ ਉਹ ਵੀ ਸ਼ੁਗਲ ਕਰ ਲੈਂਦੇ ਸਾਡੇ ਨਾਲ। ਕਈ ਤਾਂ ਬਿਲਕੁਲ ਠੀਕ ਹੈ। ਸਟ੍ਰਿਕਟਲੀ ਨੋ ਸਮਾਈਲਿੰਗ, ਨੋ ਲਾਫਿੰਗ, ਗਿਆਨੀਆਂ ਦਾ ਇਹ ਕੰਮ ਹੁੰਦਾ। ਨਹੀਂ ਨਹੀਂ ਕਾਹਦੇ ਵਾਸਤੇ ਬੰਦੇ ਹੁੰਦੇ ਆ, ਉਹ ਵੀ ਸਭ ਬੰਦੇ ਹੁੰਦੇ ਆ। ਸਾਡੇ ਨਾਲ ਇਦਾਂ ਦੇ ਗਿਆਨੀ ਨਹੀਂ ਹੈਗੇ, ਉਹ ਸਾਰੇ ਤਰ੍ਹਾਂ ਸ਼ੇਅਰ ਕਰਦੇ ਆ ਤੇ ਆਪਣੀ ਬਾਉਂਡਰੀ 'ਚ ਰਹਿ ਕੇ ਸਾਰੇ ਬੰਦੇ ਹਰ ਤਰ੍ਹਾਂ ਦੀ ਗੱਲ ਕਰ ਸਕਦੇ। ਉਹ ਕਹਿੰਦਾ ਸੀ ਬੱਚੇ ਨੂੰ ਭੇਜਿਆ, ਕਹਿੰਦਾ ਵੀ ਉਹ ਦੇਖ ਕੇ ਆ ਉੱਤੇ ਬੰਦੇ ਕਿੰਨੇ ਨੇ। ਕਹਿੰਦਾ ਜੀ ਉੱਤੇ ਬੰਦੇ ਇੱਕ ਬੰਦਾ ਹੈ ਤੇ 2 ਗਿਆਨੀ ਨੇ। ਬਾਅਦ ਵਿੱਚ ਫਿਰ ਕਹਿੰਦਾ ਦੇਖ ਕੇ, ਕਹਿੰਦਾ ਨਹੀਂ ਜੀ ਤੀਜਾ ਵੀ ਗਿਆਨੀ। ਕਹਿੰਦਾ ਮੈਂ ਸਮਝਾ ਬੰਦਾ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਸਾਡਾ ਕਹਿ ਲਓ ਬੇਸ ਵੱਜ ਗਿਆ ਜੀ ਤੇ ਆਪਾਂ ਸਾਰੇ ਹੋ ਗਏ ਫਰੈਸ਼। ਤੇ ਧੰਨਵਾਦ ਗਿਆਨੀ ਜੀ ਦਾ ਬਹੁਤ ਬਹੁਤ। ਤੇ ਮੈਂ ਸਾਰਿਆਂ ਨੂੰ ਮੈਂ ਗਿਆਨੀ ਜੀ ਸਾਰਿਆਂ ਨੂੰ ਮਿਊਟ ਕਰ ਦਿਆਂ ਜੀ ਹੁਣ। ਠੀਕ ਹੈ ਜੀ, ਓਕੇ ਜੀ। ਮੈਂ ਹੁਣ ਕਰ ਦਿੱਤਾ ਜੀ ਮਿਊਟ ਸਾਰਿਆਂ ਨੂੰ। ਤਾਂ ਗਿਆਨੀ ਜੀ ਤੁਸੀਂ ਹੁਣ ਅਨਮਿਊਟ ਹੋ ਜਾਓ। ਹੋ ਗਏ ਗਿਆਨੀ ਜੀ ਅਨਮਿਊਟ। ਗਿਆਨੀ ਜੀ ਮੇਰੀ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਆ ਰਹੀ ਹੈ ਜੀ, ਮੈਂ ਬਸ ਆ ਰਿਹਾ ਵਾਂ, ਤੁਸੀਂ ਹੁਣ ਚੁੱਪ ਕਰ ਜਾਓ। ਠੀਕ ਹੈ ਜੀ। ਗਿਆਨੀ ਜੀ ਫੇਸਬੁੱਕ ਔਨ ਕਰਨ ਲੱਗੇ ਆ ਤੇ ਆਉਂਦਿਆਂ ਨੇ ਸ਼ੁਰੂ ਹੋ ਜਾਣਾ। ਧੰਨਵਾਦ। ਮੁੜ ਕੇ ਮਿਲਦੇ ਘੰਟੇ ਕੁ ਤਾਈਂ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 25 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ ਤੇ ਆਨੰਦ ਹਰ ਮਨੁੱਖ, ਇਨਸਾਨ, ਇਸਤਰੀ, ਪੁਰਸ਼ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਹੋਵੇ, ਖੁਸ਼ੀ ਔਰ ਖੇੜਾ ਪੈਦਾ ਹੋਵੇ। ਜਿਵੇਂ ਕਿ ਅਸੀਂ ਰੋਜ਼ ਵਿਚਾਰ ਇਸ ਗੱਲ ਦੀ ਕਰ ਰਹੇ ਹਾਂ ਕਿ ਆਨੰਦ ਮਨੁੱਖੀ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਮਨੁੱਖ ਦੇ ਅੰਦਰੋਂ ਅਗਿਆਨਤਾ ਖਤਮ ਹੋ ਜਾਂਦੀ ਹੈ। ਇਹਨੂੰ ਵਿਵੇਕ, ਬੁੱਧ, ਕਾਮਨ ਸੈਂਸ ਮਿਲਦੀ ਹੈ। ਇਹ ਦੂਰਦ੍ਰਿਸ਼ਟਾ ਬਣਦਾ ਹੈ, ਸਹੀ ਔਰ ਗਲਤ ਦੀ ਨਿਰਣਾ ਲੈਣ ਜੋਗਾ ਹੋ ਜਾਂਦਾ ਹੈ। ਇਸ ਤੇ ਮਨ ਅੰਦਰੋਂ ਸਵਾਰਥ, ਮੋਹ, ਵਿਕਾਰ ਮੁੱਕ ਜਾਂਦੇ ਨੇ। ਇਹਦੇ ਜੀਵਨ ਅੰਦਰ ਸਿਰਫ ਗੁਣ ਰਹਿੰਦੇ ਨੇ ਔਰ ਪ੍ਰਭੂ ਦੇ ਅੰਦਰ ਅਪੇਧ ਹੋ ਕੇ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਉਸ ਅਵਸਥਾ ਦਾ ਨਾਮ ਆਨੰਦ ਹੈ ਜਿੱਥੇ ਕੇਵਲ ਖੁਸ਼ੀਆਂ, ਖੇੜੇ, ਚੜ੍ਹਦੀ ਕਲਾ ਹੈ। ਆਨੰਦ ਸਾਡੀ ਜ਼ਿੰਦਗੀ ਦੇ ਅੰਦਰ ਕਿਵੇਂ ਪੈਦਾ ਹੋਵੇ, ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਆਨੰਦ ਸਾਹਿਬ ਰਾਹੀਂ ਸਾਨੂੰ ਬਹੁਤ ਵਿਸਥਾਰ ਦੇ ਨਾਲ ਸਮਝਾਇਆ ਹੈ। ਕੱਲ ਅਸਾਂ ਵਿਚਾਰ ਕੀਤੀ ਸੀ ਕਿ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਇੱਕ ਕੀਮਤੀ ਰਤਨ ਹੈ ਜਿਸ ਦੇ ਅੰਦਰ ਮਾਨੋ ਹੀਰੇ ਜੜੇ ਹੋਏ ਨੇ। ਜੋ ਵੀ ਇਸ ਸ਼ਬਦ ਉਪਦੇਸ਼ ਰਾਹੀਂ ਆਪਣੇ ਜੀਵਨ ਨੂੰ ਜੀਂਦਾ ਹੈ ਉਹ ਇਨਸਾਨ ਆਨੰਦ ਦੀ ਪ੍ਰਾਪਤੀ ਕਰਦਾ ਹੈ। ਉਹਦਾ ਜੀਵਨ, ਉਹਦੀ ਸੋਚ ਹੀਰਿਆਂ ਵਰਗੀ ਕੀਮਤੀ ਹੋ ਜਾਂਦੀ ਹੈ। ਉਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਕੀਮਤੀ ਗੁਣ ਆ ਜਾਂਦੇ ਨੇ ਔਰ ਉਹ ਮਨੁੱਖ ਖੁਸ਼ੀ ਔਰ ਪ੍ਰਸੰਨਤਾ ਅਤੇ ਆਨੰਦ ਪਾਉਂਦਾ ਹੈ। ਆਓ ਅਸੀਂ 26ਵੀਂ ਪੌੜੀ ਦੇ ਵਿੱਚ ਵਿਚਾਰ ਕਰਨ ਦਾ ਯਤਨ ਕਰੀਏ ਕਿ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਆਨੰਦਮਈ ਜ਼ਿੰਦਗੀ ਜੀਣ ਵਾਸਤੇ ਇਸ ਪਾਵਨ ਪੌੜੀ ਰਾਹੀਂ ਕੀ ਉਪਦੇਸ਼ ਕੀਤਾ ਹੈ। ਤਾਂ ਗੁਰੂ ਜੀ ਬਚਨ ਕਰਦੇ ਹਨ, ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ, ਆਪੇ ਹੁਕਮ ਵਰਤਾਏ। ਸ਼ਿਵ ਦਾ ਮਤਲਬ ਮਨ, ਚੇਤਨਾ ਔਰ ਸਕਤ ਦਾ ਮਤਲਬ ਮਾਇਆ ਯਾਨੀ ਪਦਾਰਥ। ਅਸੀਂ ਦੇਖਦੇ ਹਾਂ ਕਿ ਇਸ ਸੰਸਾਰ ਵਿੱਚ ਮੈਟੀਰੀਅਲ ਵੀ ਹੈ ਔਰ ਚੇਤਨਾ ਵੀ ਹੈ। ਇਹ ਚੇਤਨ ਸੱਤਾ, ਮੈਟੀਰੀਅਲ ਪ੍ਰਭੂ ਪਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕੀਤਾ ਹੈ। ਇਹ ਉਸ ਪ੍ਰਭੂ ਦਾ ਹੀ ਵਿਸਥਾਰ ਹੈ। ਅਵਿਗਤੋ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ।
ਤਾਂ ਬਹੁਤ ਸਾਰੇ ਵਿਦਵਾਨ ਵੀਰਾਂ ਨੇ ਇਸ ਦਾ ਜਿਹੜਾ ਹੈ ਅਰਥ ਜੀਵਾਤਮਾ ਔਰ ਮਾਇਆ ਆਦਿਕ ਵੀ ਕੀਤਾ ਹੈ, ਔਰ खुद मन और मादा भी कीता है। मन और मादा यानी चेतना और मादा यानी पदार्थ मैटीरियल प्रभु ने आप पैदा किया है, आपे हुक्म वरताए ते आप ही अपना हुक्म इस संसार दे अंदर वरताया हुआ है। हुक्म का मतलब हुक्म रजा भाना या लेख, ਇਹਦਾ मतलब ਅਸੀਂ ਸਮਝਦੇ ਆ ਰਹੇ ਹਾਂ। ਇਸ ਵਾਸਤੇ ਅਸੀਂ ਇੱਕ ਸ਼ਬਦ ਵਰਤ ਸਕਦੇ ਹਾਂ, ਸਿਸਟਮ, ਕਿ ਸਾਰਾ ਕੁਝ ਇੱਕ ਸਿਸਟਮ ਦੇ ਅੰਦਰ ਹੈ। ਇਹਨੂੰ ਲਾ ਆਫ ਨੇਚਰ ਜਾਂ ਕਈ ਵੀ ਲਾ ਆਫ ਫਿਜ਼ਿਕਸ ਕਹਿਣ ਦੀ ਟਰਾਈ ਕਰਦੇ ਹਨ। ਕੁਝ ਵੀ ਜੋ ਅਸੀਂ ਗੱਲ ਤਾਂ ਸਮਝ ਹੁੰਦੀ ਹੈ ਕਿ ਜੋ ਵੀ ਕੁਦਰਤੀ ਨੇਮ ਨੇ, ਜਿਨ੍ਹਾਂ ਨੇਮਾਂ ਦੇ ਅੰਦਰ ਇਹ ਸੰਸਾਰ ਚੱਲ ਰਿਹਾ ਹੈ, ਜਿਸ ਨੂੰ ਗੁਰਬਾਣੀ ਅੰਦਰ ਗੁਰੂ ਪਾਤਸ਼ਾਹ ਜੀ ਹੁਕਮ ਕਹਿੰਦੇ ਹਨ, ਤੇ ਅਸੀਂ ਇਸ ਚੀਜ਼ ਨੂੰ ਸਮਝਣ ਵਾਸਤੇ ਸ਼ਬਦ ਸਿਸਟਮ ਵਰਤ ਸਕਦੇ ਹਾਂ। ਇਹ ਸਾਰਾ ਕੁਦਰਤੀ ਜੋ ਨਿਜ਼ਾਮ ਹੈ, ਇਹ ਕੁਦਰਤ ਦੇ ਅਟਲ ਨੇਮਾਂ ਦੇ ਅੰਦਰ ਚੱਲ ਰਿਹਾ ਹੈ। ਉਹ ਪ੍ਰਭੂ ਦੇ ਆਪ ਹੀ ਬਣਾਏ ਹੋਏ ਨਿਯਮ ਨੇ। ਉਹਨਾਂ ਦੇ ਅੰਦਰ ਹੀ ਚੇਤਨਤਾ ਹੈ, ਉਹਨਾਂ ਵਿੱਚ ਹੀ ਪਦਾਰਥ ਹੈ। ਹਰ ਸ਼ੈ ਉਸ ਨਿਯਮਾਵਲੀ ਦੇ ਅੰਦਰ ਕੰਮ ਕਰ ਰਹੀ ਹੈ। ਉਸ ਨਿਯਮਾਵਲੀ ਤੋਂ ਬਾਹਰ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਔਰ ਹਕੀਕਤ ਵੀ ਹੈ, ਆਪ ਵਿਚਾਰ ਕੇ ਦੇਖੋਗੇ, ਪੜ੍ਹ ਕੇ ਦੇਖੋਗੇ ਤਾਂ ਇਹ ਗੱਲ ਸਮਝ ਬੈਠੇਗੀ ਕਿ ਕੁਝ ਵੀ ਤਾਂ ਇਸ ਜਗਤ ਅੰਦਰ ਨਿਯਮ ਨਿਯਮਾਵਲੀ ਤੋਂ ਬਾਹਰ ਨਹੀਂ ਹੈ। ਇਸ ਨਿਯਮ ਔਰ ਨਿਯਮਾਵਲੀ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਜੋ ਵੀ ਅੱਜ ਤੱਕ ਵਿਕਾਸ ਹੋਇਆ ਹੈ, ਉਹ ਸਾਰਾ ਕੁਝ ਕੁਦਰਤੀ ਨਿਯਮਾਂ ਨੂੰ ਸਮਝ ਕੇ ਹੀ ਹੋਇਆ ਹੈ। ਚਾਹੇ ਉਹ ਮਨੋਵਿਗਿਆਨ ਦੀ ਦੁਨੀਆ ਵਿੱਚ ਹੈ, ਵਿਗਿਆਨ ਦੀ ਦੁਨੀਆ ਵਿੱਚ ਹੈ, ਜਾਂ ਸਰੀਰਕ ਤੌਰ ਤੇ ਜੋ ਵੀ ਅੱਜ ਤੱਕ ਅਸੀਂ ਖੋਜਾਂ ਕੀਤੀਆਂ ਨੇ, ਉਹ ਸਾਰੀਆਂ ਇਸ ਨਿਯਮ ਦੇ ਅੰਦਰ ਨੇ। ਤਾਂ ਇਹ ਸਾਰਾ ਕੁਝ ਰੱਬੀ ਨਿਯਮ ਦੇ ਅੰਦਰ ਚੱਲ ਰਿਹਾ ਹੈ। ਹੁਕਮ ਵਰਤਾਏ ਆਪ ਵੇਖੇ। ਵੇਖੇ ਦਾ ਮਤਲਬ ਵੇਖ ਰਿਹਾ ਹੈ, ਪਾਲਣਾ ਕਰ ਰਿਹਾ ਹੈ। ਹੁਕਮ ਵਰਤਾ ਰਿਹਾ ਹੈ, ਹੁਕਮ ਦੇ ਅੰਦਰ ਸਾਰਾ ਸੰਸਾਰ ਚੱਲ ਰਿਹਾ ਹੈ, ਤੇ ਉਹ ਆਪ ਇਸ ਸੰਸਾਰ ਨੂੰ ਵੇਖ ਰਿਹਾ ਹੈ, ਮੀਨਸ ਪਾਲ ਰਿਹਾ ਹੈ, ਸੰਚਾਲਨ ਕਰ ਰਿਹਾ ਹੈ। ਤੇ ਉਹ ਹੈ ਕਿੱਥੇ? ਜੋ ਵੇਖਣ ਵਾਲਾ ਹੈ, ਜੋ ਪਾਲਣ ਵਾਲਾ ਹੈ ਕਿੱਥੇ? ਸਮਾਇਆ ਹੋਇਆ ਹੈ ਹੁਕਮ ਰੂਪ ਦੇ ਅੰਦਰ। ਹੁਕਮ ਰੂਪ ਦੇ ਅੰਦਰ ਸਭ ਦੀ ਪਾਲਣਾ ਹੋ ਰਹੀ ਹੈ, ਸਿਸਟਮ ਦੇ ਅੰਦਰ ਹੋ ਰਹੀ ਹੈ। ਚਾਹੇ ਪੱਥਰ ਦਾ ਕੀੜਾ ਹੈ, ਚਾਹੇ ਉਹ ਜਲ ਜੰਤੂ ਨੇ, ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਨੇ, ਮਨੁੱਖ ਮਾਤਰ ਨੇ, ਜੀਵ ਜੰਤੂ ਨੇ, ਜਾਂ ਵਨਸਪਤੀ ਹੈ, ਜਾਂ ਇਸ ਧਰਤੀ ਤੋਂ ਇਲਾਵਾ ਵੀ ਜੇ ਕਿਤੇ ਜੀਵ ਦੇ ਹੋਣ ਦੀ ਹੋਂਦ ਹੈ, ਤਾਂ ਇਹ ਸਭ ਕੁਝ ਹੁਕਮ ਦੇ ਅੰਦਰ ਹੋ ਰਿਹਾ ਹੈ। ਹੁਕਮ ਦੇ ਅੰਦਰ ਪਾਲਣਾ ਹੋ ਰਹੀ ਹੈ, ਨਿਯਮ ਦੇ ਅੰਦਰ ਪਾਲਣਾ ਹੋ ਰਹੀ ਹੈ। ਹਰ ਜੀਵ ਵਾਸਤੇ ਨਿਯਮ ਨੇ, ਉਹਨਾਂ ਨਿਯਮਾਂ ਦੇ ਅੰਦਰ ਜ਼ਿੰਦਗੀ ਜਿਹੜੀ ਹੈ ਉਹ ਚੱਲ ਰਹੀ ਹੈ। ਵੇਖੇ ਦਾ ਮਤਲਬ ਵੇਖ ਰਿਹਾ ਹੈ। ਇਹ ਚੀਜ਼ ਸਮਝਣ ਵਾਲੀ ਹੈ। ਜਿਵੇਂ ਕਿ ਅਸੀਂ ਪਹਿਲਾਂ ਇੱਕ ਵਾਰ ਨਹੀਂ, ਕਈ ਵਾਰ, ਕਰੀਬ ਹਰ ਰੋਜ਼ ਹੀ ਵਿਚਾਰ ਕਰ ਰਹੇ ਹਾਂ ਕਿ ਸਾਡਾ ਆਪਣਾ ਆਪਾ ਸਾਨੂੰ ਵੇਖ ਰਿਹਾ ਹੈ। ਮੰਨ ਲਓ ਮੈਂ ਚੋਰੀ ਕਰਦਾ ਹਾਂ, ਤੁਹਾਡੀ ਮੈਂ ਕੋਈ ਚੀਜ਼ ਚੋਰੀ ਚੁੱਕੀ, ਤੁਸੀਂ ਮੈਨੂੰ ਨਹੀਂ ਵੇਖਿਆ, ਕਿਉਂਕਿ ਚੋਰੀ ਹੋਏਗੀ ਮਾਲਕ ਦੀ ਗੈਰ ਹਾਜ਼ਰੀ ਵਿੱਚ, ਡਾਕਾ ਕਿਸੇ ਦੇ ਸਾਹਮਣੇ, ਲੇਕਿਨ ਚੋਰੀ ਗੈਰ ਹਾਜ਼ਰੀ ਵਿੱਚ। ਤੁਸੀਂ ਤਾਂ ਗੈਰ ਹਾਜ਼ਰ ਸੀ, ਲੇਕਿਨ ਮੈਂ ਚੋਰੀ ਕਰਨ ਵਾਲਾ ਤਾਂ ਗੈਰ ਹਾਜ਼ਰ ਨਹੀਂ ਸਾਂ। ਮੈਂ ਆਪਣੇ ਆਪੇ ਤੋਂ ਕਿਵੇਂ ਛੁਪਾਵਾਂਗਾ? ਮੇਰਾ ਆਪਣਾ ਆਪਾ ਮੈਨੂੰ ਹਰ ਥਾਂ ਦੇ ਉੱਤੇ ਵੇਖ ਰਿਹਾ ਹੈ। ਨੰਬਰ 2, ਜਿਹੜੇ ਕੁਦਰਤੀ ਕਾਨੂੰਨ ਨੇ, ਉਹ ਮੈਨੂੰ ਹਰ ਥਾਂ ਦੇ ਉੱਤੇ ਵਾਚ ਰਹੇ ਨੇ, ਔਰ ਉਹਨਾਂ ਕੁਦਰਤੀ ਨਿਯਮਾਂ ਦੇ ਅੰਦਰ ਮੈਨੂੰ ਸੁੱਖ, ਦੁੱਖ, ਖੁਸ਼ੀ ਜਾਂ ਗਮੀ ਆਦਿਕ ਆਵਾਜ਼ ਬੰਦ ਹੋ ਗਈ ਲੱਗਦੀ। ਹਾਂਜੀ, ਮੇਰੇ ਖਿਆਲ ਲੱਗਦਾ ਕਿ ਇੰਟਰਨੈਟ ਦਾ ਪ੍ਰੋਬਲਮ ਲੱਗਦਾ। ਹਾਂਜੀ, ਡ੍ਰੌਪ ਆਊਟ ਹੋ ਗਿਆ ਜੀ। ਕੋਈ ਨਹੀਂ ਜੀ, ਵੇਟ ਕਰ ਲੈਣੇ ਜਰਾ, ਸ਼ਾਇਦ ਉਦੋਂ ਵੀ ਸੇਮ ਪ੍ਰੋਬਲਮ ਪਈ ਸੀ। ਹੋਇਆ ਵੀ ਕਿਹੜੇ ਟਾਈਮ ਤੇ? ਮੈਨੂੰ ਲੱਗਦਾ ਅੱਜ ਗੁਰਦੁਆਰੇ ਨੇ, ਕਿਸੇ ਦੇ ਘਰ ਨਹੀਂ ਹੈਗੇ ਜੀ। ਮੈਨੂੰ ਅੱਜ ਗੱਲ ਨਹੀਂ ਹੋਈ ਇਹਨਾਂ ਦੀ, ਤੇ ਲੱਗ ਜਾਊਗਾ ਪਤਾ ਇਨ ਅ ਮਿੰਟ। ਪਿਛਲੀ ਵਾਰੀ ਜਦੋਂ ਇੱਦਾਂ ਹੋਈ ਸੀਗੀ ਤਾਂ ਉਹਨਾਂ ਦਾ ਟੋਟਲ
ਡਿਸਕਨੈਕਟ ਹੋ ਗਿਆ ਸੀ, ਹੁਣ ਉਹ ਡਿਸਕਨੈਕਟ ਹੋ ਗਏ ਆ ਤੇ ਮੇਰਾ ਖਿਆਲ ਮੁੜ ਕੇ ਰੀਜੁਆਇਨ ਕਰਦੇ ਜਦ ਤਾਈਂ ਸ਼ਾਇਦ ਮਿੰਟ 2 ਮਿੰਟ ਲੱਗ ਜਾਣਗੇ ਜੀ। ਮੈਨੂੰ ਲੱਗਦਾ ਗੁਰਦੁਆਰੇ ਪ੍ਰੋਬਲਮ ਆਉਂਦੀ ਇਹਨਾਂ ਦੇ। ਹਾਂਜੀ ਚਲੋ ਵੇਟ ਕਰ ਰਹੇ ਨੇ ਜੀ। ਹੁਣ ਮਤਲਬ ਮੈਂ ਉਹਨਾਂ ਨੂੰ ਫੋਨ ਨਹੀਂ ਕਰਨਾ ਹੁਣ, ਕਿਉਂਕਿ ਪਿਛਲੀ ਵਾਰੀ ਵੀ ਇੱਦਾਂ ਹੋਈ ਸੀ। ਠੀਕ ਹੈ, ਡਿਸਟਰਬ ਨਹੀਂ ਕਰਨਾ, ਤੁਸੀਂ 2 ਮਿੰਟ ਤਾਂ ਦੁਬਾਰਾ ਜੁਆਇਨ ਕਰ ਲੈਂਦੇ ਆ। ਬੈਠੇ ਰਹੋ ਤੇ ਆਪਾਂ ਉਹਨਾਂ ਦੀ ਉਡੀਕ ਕਰ ਲੈਂਦੇ ਹਾਂ। ਤੇ ਗਿਆਨੀ ਜੀ ਹਾਂਜੀ, ਗਿਆਨੀ ਜੀ ਤੁਸੀਂ ਅਨਮਿਊਟ ਹੋ ਜਾਓ ਮੁੜ ਕੇ। ਗਿਆਨੀ ਜੀ ਅਨਮਿਊਟ ਹੋ, ਹਾਂ ਠੀਕ ਹੈ ਜੀ। ਹੁਕਮ ਵਰਤ ਰਿਹਾ ਹੈ ਲੇਕਿਨ ਗੁਰਮੁਖ ਕਿਸੇ ਬੁਝਾਏ, ਇਹ ਹੁਕਮ ਦੀ ਸਮਝ ਕਿਹਨੂੰ ਪੈਂਦੀ ਹੈ? ਜੋ ਗੁਰਮੁਖ ਹੈ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਏਗਾ, ਜੋ ਗੁਰੂ ਗਿਆਨ ਦੀ ਵਰਤੋਂ ਕਰੇਗਾ। ਜੇ ਹੁਣ ਗੁਰੂ ਗਿਆਨ ਦੀ ਵਰਤੋਂ ਕਰੀਏ ਤਾਂ ਸਾਨੂੰ ਇਸ ਚੀਜ਼ ਦੀ ਸਮਝ ਆ ਸਕਦੀ ਹੈ। ਔਰ ਹਕੀਕਤ ਹੈ ਜਦੋਂ ਕੋਈ ਬੰਦਾ ਗਿਆਨ ਦੀ ਸਹੀ ਵਰਤੋਂ ਕਰਦਾ ਹੈ ਤਾਂ ਉਦੋਂ ਉਹ ਮਨੁੱਖ ਜੀਵਨ ਦੇ ਸਹੀ ਰਾਸਤੇ ਤੇ ਤੁਰਦਾ ਹੈ। ਤੇ ਜੇ ਜੀਵਨ ਦੇ ਸਹੀ ਰਾਸਤੇ ਤੇ ਤੁਰਨਾ ਹੈ ਤਾਂ ਸਾਨੂੰ ਗਿਆਨ ਦੀ ਵਰਤੋਂ ਤਾਂ ਕਰਨੀ ਪਵੇਗੀ। ਗੁਰੂ ਜੀ ਦਾ ਪਾਵਨ ਬਚਨ ਹੈ, ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁਝੀਐ, ਅਕਲੀ ਪਾਈਐ ਮਾਨ, ਨਾਨਕ ਆਖੈ ਰਾਹ ਏ, ਹੋਰ ਗੱਲਾਂ ਸ਼ੈਤਾਨ। ਜੇ ਬੰਦਾ ਗਿਆਨ ਦੀ ਸਹੀ ਵਰਤੋਂ ਨਹੀਂ ਕਰੇਗਾ ਤਾਂ ਬੰਦਾ ਇਨਸਾਨ ਦੀ ਜਗ੍ਹਾ ਹੈਵਾਨੀਅਤ ਦਾ ਰੂਪ ਧਾਰਨ ਕਰ ਜਾਏਗਾ, ਪਸ਼ੂ ਬਿਰਤੀਆਂ ਉਹਦੇ ਅੰਦਰ ਆ ਜਾਣਗੀਆਂ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੇ ਬੁਝਾਏ। ਗੁਰਮੁਖ ਦਾ ਮਤਲਬ ਗੁਰੂ ਦੇ ਜਰੀਏ, ਗੁਰੂ ਦੀ ਸ਼ਰਣੀ ਪੈ ਕੇ ਜੋ ਗੁਰੂ ਗਿਆਨ ਦੀ ਵਰਤੋਂ ਕਰਦਾ ਹੈ ਉਸ ਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਕਿ ਇਹ ਸਾਰਾ ਸੰਸਾਰ ਕੁਝ ਬਜਵੇਂ ਨੇਮਾਂ ਦੇ ਅੰਦਰ ਕੰਮ ਕਰ ਰਿਹਾ ਹੈ। ਉਹਨਾਂ ਬਜਵੇਂ ਨੇਮਾਂ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਉਹਨਾਂ ਬਜਵੇਂ ਨੇਮਾਂ ਨੂੰ ਸਮਝ ਕੇ ਜਿੰਨੀ ਮਰਜ਼ੀ ਤੁਸੀਂ ਤਰੱਕੀ ਕਰ ਸਕਦੇ ਹੋ, ਉਹਨਾਂ ਬਜਵੇਂ ਨੇਮਾਂ ਮੁਤਾਬਕ ਜ਼ਿੰਦਗੀ ਜੀ ਕੇ ਜਿੰਨੀ ਮਰਜ਼ੀ ਤੁਸੀਂ ਖੁਸ਼ੀ ਹਾਸਲ ਕਰ ਸਕਦੇ ਹੋ, ਪ੍ਰਸੰਨਤਾ ਹਾਸਲ ਕਰ ਸਕਦੇ ਹੋ, ਤੁਸੀਂ ਸਫਲਤਾ ਹਾਸਲ ਕਰ ਸਕਦੇ ਹੋ, ਆਪਣੇ ਜੀਵਨ ਨੂੰ ਤੁਸੀਂ ਖੁਸ਼ਹਾਲ ਬਣਾ ਸਕਦੇ ਹੋ ਨੇਮਾਂ ਦੀ ਵਰਤੋਂ ਕਰਕੇ, ਸਹੀ ਗਿਆਨ ਦੀ ਵਰਤੋਂ ਕਰਕੇ। ਹੁਣ ਅਗਲਾ ਬਚਨ ਕਰਦੇ ਹਨ ਕਿ ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਜਿਹੜਾ ਸ਼ਬਦ ਨੂੰ ਆਪਣੇ ਮਨ ਵਿੱਚ ਵਸਾਏਗਾ, ਇੱਥੇ ਸ਼ਬਦ ਦੇ ਦੱਦੇ ਥੱਲੇ ਹੈ ਔਂਕੜ। ਇਹਦਾ ਮਤਲਬ ਇੱਥੇ ਸ਼ਬਦ ਜਿਹੜਾ ਹੈ ਇੱਕ ਵਚਨੀ ਸ਼ਬਦ ਹੈ, ਨਾਉਨ ਹੈ। ਉਪਦੇਸ਼, ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ, ਜੋ ਗੁਰੂ ਦੇ ਗਿਆਨ ਨੂੰ ਮਨ ਵਿੱਚ ਵਸਾਏਗਾ। ਮਨ ਵਿੱਚ ਵਸਾਉਣ ਦਾ ਮਤਲਬ ਜੋ ਗੁਰੂ ਗਿਆਨ ਦੀ ਵਰਤੋਂ ਕਰੇਗਾ, ਗੁਰੂ ਗਿਆਨ ਮੁਤਾਬਕ ਜੋ ਜ਼ਿੰਦਗੀ ਜੀਵੇਗਾ। ਹੁਣ ਉਹਦੀ ਨਿਸ਼ਾਨੀ ਕੀ ਹੋਏਗੀ? ਤੋੜੇ ਬੰਧਨ ਹੋਵੇ ਮੁਕਤ, ਉਹ ਆਪਣੀ ਜ਼ਿੰਦਗੀ ਦੇ ਬੰਧਨ ਤੋੜ ਦੇਵੇਗਾ ਔਰ ਬੰਧਨਾਂ ਤੋਂ ਆਜ਼ਾਦ ਹੋ ਜਾਏਗਾ, ਮੁਕਤ ਹੋ ਜਾਏਗਾ। ਦੇਖੋ, ਮੁਕਤੀ ਆਮ ਧਰਮਾਂ ਦੇ ਅੰਦਰ ਮੁਕਤੀ ਜਿਹੜੀ ਹੈ ਉਹ ਮਰਨ ਤੋਂ ਬਾਅਦ ਮੰਨੀ ਗਈ ਹੈ ਕਿ ਬੰਦਾ ਮਰੇਗਾ, ਜਿਨਨੇ ਚੰਗੇ ਕੰਮ ਕੀਤੇ ਹੋਣਗੇ ਉਹ ਸਵਰਗ ਵਿੱਚ ਜਾਏਗਾ, ਮਾੜੇ ਕੰਮ ਕੀਤੇ ਹੋਣਗੇ ਨਰਕਾਂ ਵਿੱਚ ਜਾਏਗਾ, ਫਿਰ ਉਹ 84 ਲੱਖ ਜੂਨਾਂ ਭੋਗੇਗਾ, ਫਿਰ ਬੰਦਾ ਬਣੇਗਾ। ਕਈ ਕਿਸਮ ਦੀ ਵਿਚਾਰਧਾਰਾ ਦਿੱਤੀ ਹੈ। ਕੋਈ ਸਵਰਗ ਵਿੱਚ ਚਲਾ ਜਾਏਗਾ, ਕੋਈ ਬੰਦਾ ਚੰਗੇ ਕਰਮਾਂ ਵਾਲਾ ਜੰਨਤ ਵਿੱਚ ਚਲਾ ਜਾਏਗਾ, ਕੋਈ ਦੋਜ਼ਖ ਵਿੱਚ ਮਾੜੇ ਵਾਲਾ ਪਵੇਗਾ। ਆਪਣੀ ਆਪਣੀ ਵਿਚਾਰਧਾਰਾ ਹੈ। ਔਰ ਨਾਲ ਕਿਹਾ ਹੈ ਕਿ ਮਰਨ ਤੋਂ ਬਾਅਦ ਬੰਦਾ ਰੱਬ ਦੇ ਅੰਦਰ ਸਮਾ ਕੇ ਰੱਬ ਦਾ ਰੂਪ ਹੋ ਜਾਏਗਾ, ਜਾਂ ਜਿਵੇਂ ਵੀ ਕਿਸੇ ਦੀ ਵਿਚਾਰਧਾਰਾ ਹੈ। ਪਰ ਗੁਰੂ ਸਾਹਿਬ ਜੀ ਨੇ ਜੀਵਨ ਮੁਕਤੀ ਦਾ ਸਿਧਾਂਤ ਪੇਸ਼ ਕੀਤਾ ਹੈ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਮੁਕਤੀ ਜੋ ਹੈ, ਗੁਰਮਤਿ ਨੇ ਜੀਵਨ ਮੁਕਤੀ ਦਾ ਸਿਧਾਂਤ ਪੇਸ਼ ਕੀਤਾ ਹੈ। ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਹੈ। ਭਗਤ ਬੇਣੀ ਜੀ ਦਾ ਪਾਵਨ ਬਚਨ ਹੈ, ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਬੇਣੀ ਜੀ ਕਹਿੰਦੇ ਨੇ ਕਿ ਹੇ ਰੱਬ ਦੇ ਪਿਆਰਿਓ, ਸਰਵਣ ਕਰੋ ਕਿ ਮਰਨ ਤੋਂ ਬਾਅਦ ਮੁਕਤੀ ਕਿੰਨੇ ਪਾਈ ਹੈ। ਇਹਦਾ ਮਤਲਬ ਕਿਸੇ ਨਹੀਂ ਪਾਈ। ਕੀ ਪ੍ਰੂਫ ਹੈ ਕਿ ਮਰਨ ਤੋਂ ਬਾਅਦ ਕੋਈ ਬੰਦਾ ਮੁਕਤ ਹੋ ਗਿਆ? ਇੱਕ ਬੰਦਾ ਜਨਮਿਆ ਬੰਧਨ ਵਿੱਚ, ਜੀਵਿਆ ਬੰਧਨ ਵਿੱਚ, ਮਰਿਆ ਬੰਧਨ ਵਿੱਚ, ਤੇ ਮਰਨ ਤੋਂ ਬਾਅਦ ਉਹ ਮੁਕਤ ਕਿਵੇਂ ਹੋ ਗਿਆ?
ਇਸ ਲਈ ਜੀਵਨ ਮੁਕਤੀ ਬੰਧਨ ਕੀ ਨੇ, ਜੇ ਸਾਡੀ ਸਮਝ ਵਿੱਚ ਇਹ ਆ ਜਾਣ ਤਾਂ ਫਿਰ ਅਸੀਂ ਮੁਕਤੀ ਨੂੰ ਸਮਝ ਸਕਦੇ ਹਾਂ। ਇੱਕ ਬੰਦਾ ਜੇਲ੍ਹ ਵਿੱਚ ਹੈ, ਉਹ ਕਹਿੰਦਾ ਮੇਰੀ ਜ਼ਮਾਨਤ ਕਰਾਓ, ਮੈਨੂੰ ਜੇਲ੍ਹ ਚੋਂ ਬਾਹਰ ਕਢਾਓ। ਬੰਦਾ ਜੇਲ੍ਹ ਵਿੱਚ ਹੈ, ਉਹ ਕਹਿ ਰਿਹਾ ਹੈ ਕਿ ਮੇਰੀ ਜ਼ਮਾਨਤ ਕਰਾਓ, ਤੇ ਇੱਕ ਬੰਦੇ ਦੇ ਉੱਤੇ ਕੋਈ ਕੇਸ ਨਹੀਂ, ਕੋਈ ਉਹਨੇ ਮਾੜਾ ਕੰਮ ਨਹੀਂ ਕੀਤਾ, ਉਹ ਘਰ ਵਿੱਚ ਆਜ਼ਾਦ ਹੈ ਤੇ ਉਹ ਕਵੇ ਮੇਰੀ ਜ਼ਮਾਨਤ ਕਰਾਓ, ਮੈਨੂੰ ਆਜ਼ਾਦ ਕਰਾਓ, ਤਾਂ ਫਿਰ ਕੀ ਕਹਿਣਾ ਪਵੇਗਾ? ਬੰਦਾ ਕਮਲਾ ਹੈ ਨਾ, ਵੀ ਕਮਲਾ ਹੈ ਤੇ ਉਹਨੂੰ ਆਜ਼ਾਦ ਕਿੱਥੋਂ ਕਰਾਈਏ? ਘਰ ਤੇ ਹੈ, ਕੋਈ ਤੇਰੇ ਤੇ ਕੇਸ ਨਹੀਂ ਚੱਲਦਾ, ਕੋਈ ਪੁਲਿਸ ਕੇਸ ਨਹੀਂ, ਕੋਈ ਜੇਲ੍ਹ ਵਿੱਚ ਨਹੀਂ, ਜ਼ਮਾਨਤ ਤਰੀਕਾ ਦੀ ਕਰਾਈਏ, ਤੂੰ ਤੇ ਆਜ਼ਾਦ ਹੈ। ਹੁਣ ਬੰਧਨ ਕੀ ਨੇ? ਜੇ ਇਹ ਸਮਝ ਆ ਜਾਏ ਤੇ ਫਿਰ ਸਾਨੂੰ ਸਮਝ ਆਏਗੀ ਕਿ ਮੁਕਤੀ ਕੀ ਹੈ। ਦੇਖੋ ਮਨੁੱਖ ਨੂੰ ਕਿੰਨੇ ਬੰਧਨ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਲੱਭ ਲੋਭ ਲਾਲਚ, ਲੜਾਈ ਦੰਗੇ ਫਸਾਦ, ਦਾਜ ਦਹੇਜ ਆਦਿ ਕਿੰਨੇ ਬੰਧਨ ਨੇ ਵਿਕਾਰਾਂ ਦੇ। ਇਹਨਾਂ ਬੰਧਨਾਂ ਤੋਂ ਆਜ਼ਾਦ ਹੋਣ ਦਾ ਨਾਮ ਮੁਕਤੀ ਹੈ। ਅਸੀਂ ਮੁਕਤੀ ਨੂੰ ਹਊਆ ਬਣਾ ਕੇ ਪੇਸ਼ ਕੀਤਾ ਹੈ। ਅਸੀਂ ਮੁਕਤੀ ਨੂੰ ਮਰਨ ਤੋਂ ਬਾਅਦ ਕੋਈ ਪ੍ਰਾਪਤੀ ਪੇਸ਼ ਕੀਤਾ ਹੈ, ਪਰ ਗੁਰੂ ਜੀ ਸਾਨੂੰ ਸਧਾਰਨ ਬਿਲਕੁਲ ਸੌਖੇ ਸ਼ਬਦਾਂ ਦੇ ਅੰਦਰ ਸਮਝਾ ਰਹੇ ਨੇ ਮੁਕਤੀ ਕੀ ਹੈ। ਗੁਰੂ ਤੇਗ ਬਹਾਦਰ ਜੀ ਦੇ ਪਾਵਨ ਬਚਨ, ਉਸਤਤ ਨਿੰਦਿਆ ਨਾਹੀਂ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨਰੇ ਮਨਾ, ਮੁਕਤ ਤਾਹੇ ਤੈ ਜਾਨ। ਜਿਹੜਾ ਬੰਦਾ ਕਿਸੇ ਦੀ ਨਿੰਦਿਆ ਨਹੀਂ ਕਰਦਾ, ਨਿੰਦਿਆ ਦਾ ਮਤਲਬ ਬਦਖੋਈ ਨਹੀਂ ਕਰਦਾ ਝੂਠੀ, ਜਿਹੜਾ ਬੰਦਾ ਕਿਸੇ ਦੀ ਚਾਪਲੂਸੀ ਵੀ ਨਹੀਂ ਕਰਦਾ ਝੂਠੀ, ਜੋ ਸੱਚ ਬੋਲਦਾ ਹੈ ਤੇ ਬੇਗਾਨੇ ਹੱਕ ਬੇਸ਼ੱਕ ਸੋਨੇ ਵਰਗੇ ਕੀਮਤੀ ਹੋਣ, ਉਹਨਾਂ ਨੂੰ ਲੋਹੇ ਵਰਗੇ ਸਮਝ ਕੇ ਛੱਡ ਦਿੰਦਾ ਹੈ, ਬੇਗਾਨੇ ਹੱਕ ਨਹੀਂ ਖਾਂਦਾ, ਉਹ ਬੰਦਾ ਮੁਕਤ ਹੈ। ਕਈ ਵਾਰ ਅਸੀਂ ਸੱਚ ਨੂੰ ਵੀ ਨਿੰਦਿਆ ਸਮਝ ਲੈਂਦੇ ਹਾਂ, ਜੀ ਬਾਬਿਆਂ ਦੀ ਨਿੰਦਿਆ ਨਾ ਕਰੋ। ਇਹ ਨਿੰਦਿਆ ਨਹੀਂ ਹੈ, ਸੱਚ ਵੱਖਰੀ ਚੀਜ਼ ਹੈ, ਨਿੰਦਿਆ ਵੱਖਰੀ। ਦੇਖੋ 2 ਤੇ 2 3, 2 ਤੇ 2 3 ਹੁੰਦੇ ਨੇ, ਇਹ ਨਿੰਦਿਆ ਹੈ। 2 ਤੇ 2 5 ਹੁੰਦੇ ਨੇ, ਇਹ ਉਸਤਤ ਹੈ। ਤੇ 2 ਤੇ 2 4 ਹੁੰਦੇ ਨੇ, ਇਹ ਸੱਚਾਈ ਹੈ। ਆਪਣੇ ਸਵਾਰਥ ਵਾਸਤੇ ਕਿਸੇ ਦੇ ਗੁਣਾਂ ਨੂੰ ਅਵਗੁਣ ਬਣਾ ਕੇ ਪੇਸ਼ ਕਰਨਾ, ਇਹ ਉਸ ਦੀ ਨਿੰਦਿਆ ਹੈ। ਆਪਣੇ ਸਵਾਰਥ ਵਾਸਤੇ ਕਿਸੇ ਦੇ ਔਗਣਾਂ ਨੂੰ ਗੁਣ ਬਣਾ ਕੇ ਪੇਸ਼ ਕਰਨਾ, ਇਹ ਉਸ ਦੀ ਉਸਤਤ ਹੈ। ਪਰ ਜੋ ਜਿਵੇਂ ਦਾ ਹੈ ਸੱਚੀ ਭਾਵਨਾ ਦੇ ਨਾਲ ਕਹਿਣਾ, ਇਹ ਸੱਚਾਈ ਹੈ। ਤਾਂ ਗੁਰੂ ਜੀ ਕਹਿੰਦੇ ਨੇ ਤੋੜੇ ਬੰਧਨ। ਜਿਹੜਾ ਗੁਰੂ ਦੇ ਸ਼ਬਦ ਉਪਦੇਸ਼ ਨੂੰ ਆਪਣੇ ਮਨ ਵਿੱਚ ਵਸਾਏਗਾ, ਉਹਦੀ ਨਿਸ਼ਾਨੀ ਕੀ ਹੈ ਕਿ ਉਹ ਜ਼ਿੰਦਗੀ ਦੇ ਬੰਧਨ ਤੋੜ ਦੇਵੇਗਾ। ਹੁਣ ਅਸੀਂ ਆਪਣੇ ਜੀਵਨ ਨੂੰ ਇੱਥੇ ਪਰਖ ਸਕਦੇ ਹਾਂ ਕਿ ਕੀ ਅਸੀਂ ਮੁਕਤ ਹੋਏ ਹਾਂ। ਦੂਜੀ ਗੱਲ, ਕਿ ਗੁਰੂ ਦਾ ਸ਼ਬਦ ਜਾਂ ਉਪਦੇਸ਼ ਸਾਡੇ ਮਨ ਵਿੱਚ ਵਸ ਗਿਆ ਹੈ, ਕਿ ਅਸੀਂ ਗੁਰਬਾਣੀ ਨੂੰ ਮੰਨਣ ਹਾਰੇ ਹਾਂ ਜਾਂ ਨਹੀਂ ਹਾਂ। ਮੈਂ ਆਪਣੀ ਜਜਮੈਂਟ ਲੈਣੀ ਹੈ, ਤੁਸੀਂ ਆਪਣੀ। ਮੈਂ ਤੁਹਾਡਾ ਜੱਜ ਨਹੀਂ ਹਾਂ, ਨਾ ਮੈਂ ਬਣ ਸਕਣਾ, ਕਿਉਂਕਿ ਮੈਨੂੰ ਕੀ ਪਤਾ ਤੁਹਾਡੀ ਮਾਨਸਿਕਤਾ ਦਾ, ਤੁਹਾਡੀ ਸੋਚ ਦਾ। ਤੁਸੀਂ ਮੇਰੇ ਜੱਜ ਨਹੀਂ ਹੋ ਸਕਦੇ, ਕਿਉਂਕਿ ਤੁਹਾਨੂੰ ਮੇਰੀ ਸੋਚ ਦਾ ਕੀ ਪਤਾ ਹੈ। ਤੁਸੀਂ ਤਾਂ ਮੇਰੀਆਂ ਉਤਲੀਆਂ ਗੱਲਾਂ ਸੁਣੀਆਂ ਨੇ, ਉਤਲਾ ਜੀਵਨ ਦੇਖਿਆ ਹੈ। ਕੀ ਪਤਾ ਮੇਰੀ ਸੋਚ ਕਿੰਨੀ ਮੈਲੀ ਹੋਵੇ, ਮੇਰੇ ਮਨ ਵਿੱਚ ਕਿੰਨੇ ਵਿਕਾਰ ਹੋਣ, ਤੁਹਾਡੇ ਮਨ ਵਿੱਚ ਕਿੰਨੇ ਗੁਣ ਨੇ, ਕਿੰਨੇ ਔਗਣ ਨੇ, ਇਹ ਤਾਂ ਹਰ ਇੱਕ ਨੂੰ ਆਪਣਾ ਪਤਾ ਹੈ ਨਾ। ਤਾਂ ਅਸੀਂ ਜੇ ਆਪਣਾ ਨਿਤਾਰਾ ਕਰਨਾ ਹੋਵੇ ਤਾਂ ਸਾਨੂੰ ਸਮਝਣਾ ਪਵੇਗਾ ਕਿ ਗੁਰੂ ਦਾ ਸ਼ਬਦ ਸਾਡੇ ਮਨ ਵਿੱਚ ਵਸਿਆ ਕਿ ਨਹੀਂ। ਜਿਹਦੇ ਮਨ ਵਿੱਚ ਗੁਰੂ ਦਾ ਉਪਦੇਸ਼ ਵਸ ਗਿਆ ਹੈ, ਉਹਦੀ ਨਿਸ਼ਾਨੀ ਇਹ ਹੈ ਕਿ ਤੋੜੇ ਬੰਧਨ ਹੋਵੇ ਮੁਕਤ। ਉਹ ਬੰਧਨਾਂ ਨੂੰ ਤੋੜ ਕੇ ਆਜ਼ਾਦ ਹੋ ਜਾਂਦਾ ਹੈ। ਉਹਦੇ ਅੰਦਰ ਜਾਤੀਵਾਦ ਦਾ ਬੰਧਨ ਨਹੀਂ, ਉਹ ਝੂਠ ਦੇ ਬੰਧਨਾਂ ਵਿੱਚ ਨਹੀਂ ਵੱਜਿਆ, ਉਹ ਹੰਕਾਰ ਦੇ ਬੰਧਨਾਂ ਵਿੱਚ ਨਹੀਂ ਵੱਜਿਆ, ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ ਹਨ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਨਹੀਂ ਹਨ। ਉਹ ਸਿੰਪਲ ਸੱਚੀ ਸੁੱਚੀ ਸਚਿਆਰਤਾ ਵਾਲੀ ਜ਼ਿੰਦਗੀ ਜੀ ਰਿਹਾ ਹੈ। ਤਾਂ ਇਟ ਮੀਨਸ, ਜੇ ਅਸੀਂ ਚਾਹੁੰਦੇ ਹਾਂ ਬੰਧਨਾਂ ਤੋਂ ਆਜ਼ਾਦ ਹੋਣਾ, ਦੁੱਖਾਂ ਤੋਂ ਆਜ਼ਾਦ ਹੋਣਾ, ਤਾਂ ਸਾਨੂੰ ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਜੇ ਅਸੀਂ ਆਪਣੇ ਪਰਿਵਾਰ ਸਾਰੇ ਨੂੰ ਦੁੱਖਾਂ ਤੋਂ ਆਜ਼ਾਦ ਕਰਨਾ ਚਾਹੁੰਦੇ ਹਾਂ ਕਿ ਸਾਡਾ ਸਾਰਾ ਪਰਿਵਾਰ, ਧੀਆਂ ਪੁੱਤਰ, ਨੂੰਹ ਪੁੱਤਰ ਸਾਰੇ ਖੁਸ਼ ਵਸਣ, ਤਾਂ ਫਿਰ ਸਾਨੂੰ ਸਾਰੇ ਪਰਿਵਾਰ ਨੂੰ
ਇਹ ਗੁਰੂ ਸ਼ਬਦ ਮੁਤਾਬਕ ਜ਼ਿੰਦਗੀ ਜੀਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਾਰਾ ਸਮਾਜ, ਸਾਡਾ ਦੇਸ਼, ਸਾਡਾ ਸੰਸਾਰ ਸੁਖੀ ਵਸੇ, ਇਹਨੂੰ ਅਸੀਂ ਬੇਗਮਪੁਰਾ ਬਣਾਉਣਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਸਾਰੇ ਸੰਸਾਰ ਵਿੱਚ ਇਸ ਚੀਜ਼ ਦਾ ਪ੍ਰਚਾਰ ਔਰ ਪ੍ਰਸਾਰ ਕਰਨਾ ਚਾਹੀਦਾ। ਸਿੰਪਲ ਗੱਲ ਹੈ, ਸੌਖੀ ਗੱਲ ਹੈ। ਅਗਲਾ ਬਚਨ ਕਰਦੇ ਨੇ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ। ਗੁਰੂ ਦੀ ਸ਼ਰਣੀ ਪਾ ਕੇ ਜਿਸ ਨੂੰ ਗਿਆਨਵਾਨ ਬਣਾਉਂਦਾ ਉਹਨੂੰ ਆਪ ਕਰਦਾ ਹੈ। ਯਾਨੀ ਜੋ ਰੱਬੀ ਰਜ਼ਾ ਦੇ ਅੰਦਰ, ਆਪ ਦਾ ਮਤਲਬ ਰੱਬ ਦੀ ਰਜ਼ਾ ਵਿੱਚ, ਆਪ ਉਸੇ ਨੂੰ ਕਰੇਗਾ ਨਾ ਜੋ ਰੱਬ ਦੀ ਰਜ਼ਾ ਵਿੱਚ ਤੁਰੇਗਾ। ਜੋ ਰੱਬੀ ਹੁਕਮ ਅਨੁਸਾਰ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਏਗਾ ਉਹ ਗੁਰੂ ਵਾਲਾ ਹੋ ਜਾਏਗਾ, ਗੁਰੂ ਗਿਆਨ ਨੂੰ ਅਪਣਾ ਲਵੇਗਾ। ਤੇ ਜਿਨਨੇ ਗੁਰੂ ਗਿਆਨ ਨੂੰ ਅਪਣਾ ਲਿਆ ਹੈ, ਜਿਹਨੂੰ ਅਸੀਂ ਗੁਰਮੁਖ ਕਹਿ ਸਕਦੇ ਹਾਂ, ਗੁਰਸਿੱਖ ਕਹਿ ਸਕਦੇ ਹਾਂ, ਜਾਂ ਸਚਿਆਰ ਕਹਿ ਸਕਦੇ ਹਾਂ, ਪੰਚ ਕਹਿ ਸਕਦੇ ਹਾਂ, ਗੁਰੂ ਦਾ ਸਿੱਖ ਕਹਿ ਸਕਦੇ ਹਾਂ, ਗੁਰੂ ਦਾ ਪਿਆਰਾ ਕਹਿ ਸਕਦੇ ਹਾਂ, ਕੋਈ ਵੀ ਸ਼ਬਦ, ਉਹਦੀ ਨਿਸ਼ਾਨੀ ਕੀ ਹੋਏਗੀ? ਏਕਸ ਸਿਉ ਲਿਵ ਲਾਏ। ਲਿਵ ਦਾ ਮਤਲਬ ਇੱਥੇ ਲਗਨ, ਲਿਵ ਦਾ ਮਤਲਬ ਇੱਥੇ ਸਮਾਧੀ ਨਹੀਂ ਹੈ ਕਿ ਉਹ ਸਮਾਧੀ ਲਾ ਕੇ ਬਹਿ ਜਾਏਗਾ। ਲਿਵ ਦਾ ਮਤਲਬ ਲਗਨ, ਪ੍ਰੀਤ। ਉਹ ਇੱਕ ਦੇ ਨਾਲ ਲਿਵ ਲਾ ਲਵੇਗਾ, ਉਹਦੀ ਲਗਨ ਇੱਕ ਦੇ ਨਾਲ ਲੱਗ ਜਾਏਗੀ, ਇੱਕ ਦੇ ਨਾਲ ਪ੍ਰੀਤ ਪੈ ਜਾਏਗੀ, ਇੱਕ ਦੇ ਨਾਲ ਲਗਨ ਲੱਗ ਜਾਏਗੀ, ਹਰ ਵਕਤ ਇੱਕ ਦੇ ਨਾਲ। ਹੁਣ ਇੱਕ ਦੇ ਨਾਲ ਲਗਨ ਲੱਗਣ ਦੀਆਂ ਨਿਸ਼ਾਨੀਆਂ ਕੀ ਨੇ, ਜਿਸ ਕਰਕੇ ਸਾਨੂੰ ਇਹ ਚੀਜ਼ਾਂ ਸੌਖੇ ਤਰੀਕੇ ਦੇ ਨਾਲ ਸਮਝ ਆ ਜਾਣ? ਦੇਖੋ, ਜਿਸ ਦੀ ਇੱਕ ਦੇ ਨਾਲ ਲਗਨ ਲੱਗੀ ਹੋਏਗੀ ਨਾ, ਇੱਕ ਨਾਲ ਪ੍ਰੀਤ ਹੋਏਗੀ, ਉਹਨੂੰ ਇਹ ਸਮਝ ਆਏਗੀ ਕਿ ਇੱਕ ਪ੍ਰਭੂ ਦਾ ਹੀ ਵਿਸਥਾਰ ਹੈ ਇਹ ਸਾਰਾ ਸੰਸਾਰ। ਇਹ ਦਿਸਦਾ ਜਗਤ ਇੱਕ ਦਾ ਰੂਪ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਐਸ ਸਚਾਈ ਦੇ ਨਾਲ ਉਹਦੀ ਪ੍ਰੀਤ ਬਣ ਜਾਏਗੀ। ਤੇ ਜਿਹਦੀ ਇੱਕ ਦੇ ਨਾਲ ਪ੍ਰੀਤ ਬਣੇਗੀ, ਉਹਦੀ ਪਹਿਲੀ ਨਿਸ਼ਾਨੀ ਇਹ ਹੋਏਗੀ ਕਿ ਉਹ ਆਪ ਇੱਕ ਦੇ ਨਾਲ ਜੁੜੇਗਾ, ਆਪਣੇ ਆਪ ਦੇ ਨਾਲ ਇੱਕ ਹੋਏਗਾ। ਪਹਿਲਾਂ ਜਿਹੜਾ ਬੰਦਾ ਆਪਣੇ ਆਪ ਦੇ ਇੱਕ ਨਹੀਂ ਨਾ ਨਾਲ ਹੋਇਆ, ਇੱਕ ਨਹੀਂ ਹੋਇਆ, ਉਹ ਦੂਜਿਆਂ ਨਾਲ ਇੱਕ ਜੈਸਾ ਵਿਹਾਰ ਨਹੀਂ ਕਰ ਪਾਏਗਾ। ਹੁਣ ਦੇਖੋ, ਆਪਣੇ ਆਪ ਦੇ ਨਾਲ ਇੱਕ ਹੋਣ ਦਾ ਮਤਲਬ, ਜੋ ਮੇਰੇ ਪੰਜੇ ਗਿਆਨ ਇੰਦਰੀ ਨੇ, ਅੱਖਾਂ ਨੇ, ਕੰਨ, ਨੱਕ, ਜ਼ੁਬਾਨ, ਹੱਥ ਵਗੈਰਾ, ਇਹਨਾਂ ਸਾਰਿਆਂ ਦੇ ਵਿੱਚ ਇੱਕ ਸੁਰਤਾ ਹੋਏਗੀ। ਮੈਂ ਅੰਦਰੋਂ ਔਰ ਬਾਹਰੋਂ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਨਾਲ ਜੁੜਿਆ ਹੋਵਾਂਗਾ। ਇੱਕ ਦੇ ਨਾਲ ਲਗਨ ਤਾਂ ਹੀ ਹੈ ਨਾ ਕਿ ਮੇਰੇ ਮਨ ਦੇ ਅੰਦਰ ਵੀ ਸੱਚ ਹੋਵੇ, ਮੇਰੇ ਬੋਲ ਵੀ ਸੱਚੇ ਹੋਣ, ਤੇ ਮੇਰਾ ਵਿਹਾਰ ਵੀ ਸੱਚਾ ਹੋਵੇ। ਮੈਂ ਆਪਣੇ ਆਪ ਦੇ ਨਾਲ ਇੱਕ ਹੋ ਗਿਆ। ਜਿਹੜਾ ਆਪਣੇ ਆਪ ਨਾਲ ਇੱਕ ਨਹੀਂ, ਉਹਦੇ ਮਨ ਵਿੱਚ ਝੂਠ ਹੋਏਗਾ, ਜ਼ਬਾਨ ਤੋਂ ਪ੍ਰੇਮ ਦੀ ਗੱਲ ਕਰੇਗਾ, ਵਿਹਾਰ ਉਹਦੇ ਦੇ ਅੰਦਰ ਕੁਝ ਹੋਰ ਹੋਏਗਾ, ਇੱਕ ਦੇ ਨਾਲ ਨਹੀਂ ਨਾ ਜੁੜਿਆ ਹੋਇਆ। ਇਸ ਲਈ ਅਸੀਂ ਆਪਣੀ ਜ਼ਿੰਦਗੀ ਨੂੰ ਪਰਖਣਾ ਹੈ ਕਿ ਕੀ ਮਨ, ਬਚਨ ਔਰ ਕਰਮ ਕਰਕੇ ਅਸੀਂ ਇੱਕ ਦੇ ਨਾਲ ਜੁੜ ਗਏ ਹਾਂ। ਇੱਕ ਦੇ ਨਾਲ ਲਗਨ, ਇੱਕ ਦੇ ਨਾਲ ਪ੍ਰੀਤ ਜਿਹਦੀ ਹੋਏਗੀ, ਉਹ ਮਨ, ਬਚਨ ਔਰ ਕਰਮ ਕਰਕੇ ਸੱਚ ਨਾਲ ਜੁੜ ਜਾਏਗਾ, ਸਚਿਆਰ ਹੋ ਜਾਏਗਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾ ਲੋ ਪਾਲਾਂ ਟੁੱਟ ਜਾਣਗੇ। ਪਹਿਲੀ ਗੱਲ, ਆਪਣੇ ਆਪ ਦੇ ਨਾਲ ਇੱਕ ਹੋਏਗਾ। ਫਿਰ ਜਿਹਦੀ ਇੱਕ ਦੇ ਨਾਲ ਲਗਨ ਲੱਗੇਗੀ ਨਾ, ਉਹਦਾ ਵਿਹਾਰ ਫਿਰ ਆਪਣੇ ਪਰਿਵਾਰ ਨਾਲ, ਆਪਣੇ ਰਿਸ਼ਤੇਦਾਰਾਂ ਨਾਲ, ਸੱਜਣਾ ਮਿੱਤਰਾਂ ਨਾਲ, ਸੰਸਾਰ ਨਾਲ, ਸਮਾਜ ਨਾਲ, ਹਿੰਦੂ ਮੁਸਲਮਾਨ ਨਾਲ, ਹਰ ਇੱਕ ਦੇ ਨਾਲ ਇੱਕ ਜੈਸਾ ਵਿਹਾਰ ਹੋਏਗਾ। ਕਿਉਂਕਿ ਉਹਨੂੰ ਸਮਝ ਆਏਗਾ ਕਿ ਸਾਰਿਆਂ ਦੇ ਵਿੱਚ ਇੱਕ ਹੀ ਤੇ ਵਸਤ ਹੈ, ਅਵਲ ਅੱਲਾ ਨੂਰ ਪਾਇਆ। ਉਹਦੀ ਫਿਰ ਬਿਰਤੀ ਐਸੀ ਹੋ ਜਾਏਗੀ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਉਹਦਾ ਵਿਹਾਰ ਸਭ ਦੇ ਨਾਲ ਇੱਕ ਵਰਗਾ ਹੋਏਗਾ। ਯਾਦ ਰੱਖਣਾ, ਜਿਸ ਦਿਨ ਇਹ ਬੰਦਾ ਇੱਕ ਓੰਕਾਰ ਨਾਲ ਜੁੜ ਜਾਏਗਾ, ਜਿਸ ਦਿਨ ਇਸ ਸੰਸਾਰ ਦੇ ਮਨੁੱਖਾਂ ਦੀ ਲਗਨ ਇੱਕ ਨਾਲ ਲੱਗ ਜਾਏਗੀ ਨਾ, ਉਸ ਦਿਨ ਇਸ ਸੰਸਾਰ ਵੀ ਇੱਕ ਹੋ ਜਾਏਗਾ। ਉਸ ਦਿਨ ਰਾਜਨੀਤਿਕ ਸਮੱਸਿਆਵਾਂ ਖਤਮ ਹੋ ਜਾਣਗੀਆਂ। ਪੋਸੀਬਿਲਿਟੀ ਹੈ। ਇਹਨਾਂ ਦੇਸ਼ਾਂ ਨੂੰ ਫਿਰ ਖਤਮ ਕਰ ਦਿੱਤਾ ਜਾਏਗਾ, ਅਮਰੀਕਾ, ਚਾਈਨਾ, ਭਾਰਤ, ਪਾਕਿਸਤਾਨ ਨੂੰ। ਇਹਨਾਂ ਨੂੰ ਸਟੇਟਾਂ ਦਾ ਨਾਮ ਦਿੱਤਾ ਜਾਏਗਾ। ਫਿਰ ਸਾਰੇ ਸੰਸਾਰ ਦੀ ਇੱਕ ਸਾਂਝੀ ਰਾਜਧਾਨੀ ਹੋ ਜਾਏਗੀ, ਕਰੰਸੀ ਇੱਕ ਹੋ ਜਾਏਗੀ, ਪਾਸਪੋਰਟ ਸਿਸਟਮ ਇੱਕ ਹੋ ਜਾਏਗਾ, ਕਾਨੂੰਨ ਇੱਕ ਹੋ ਜਾਏਗਾ। ਫਿਰ ਜੋ 40, 50, 60, 70% ਮਾਰੂ ਹਥਿਆਰਾਂ ਤੇ ਧਨ ਲੱਗਦਾ ਹੈ, ਐਟਮ ਬੰਬਾਂ ਤੇ, ਉਹ ਨਹੀਂ ਲੱਗੇਗਾ। ਉਹ ਮਨੁੱਖਤਾ ਦੇ ਉਤਥਾਨ ਤੇ ਖਰਚ ਹੋਏਗਾ।
जिस दिन एक दे नाल इहदी लगन लग जाएगी, उस दिन जातिवाद खत्म हो जाएगा, उस दिन बंदा जोत नाल जुड़ेगा, एक भाईचारक समाज पैदा होएगा, एक पिता एकस के हम बारी। जिस नाल एक दे नाल लगन लग जाएगी, उस दिन अमीर गरीब दे वितकरे मिट जाणगे, काणी अर्थ वंड जिहड़ी है वो बराबर कीती जाएगी, हर इंसान नूं रोजगार मिलेगा, रोटी कपड़े मकान की सुविधा हर इंसान नूं मिलेगी, जिवें इन्हां देशां दे विच आम करके है। फिर धर्म दे वितकरे मिट जाणगे, फिर 2 400 5 7 या 2000 धर्म नहीं होणगे, फिर एको धर्म दृढ़ सच कोई, यानी सच नूं आधार बना के मनुखी फर्जां नूं पूरे करन वाला धर्म लागू हो जाएगा। इहनूं कहंदे ने एक दे नाल लिव लाना। तां गुरमुख जिसनूं आप करे सो होवे, एकस स्यों लिव लाए, ਉਹ ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਵਾਲੇ ਮਨੁੱਖ ਦੀ ਲਿਵ ਲਗਨ ਇੱਕ ਦੇ ਨਾਲ ਲੱਗ ਜਾਏਗੀ। ਤਾਂ ਅਸੀਂ ਇਸ ਵਾਸਤੇ ਕੰਮ ਕਰਨਾ ਹੈ, ਲਗਨ ਇੱਕ ਦੇ ਨਾਲ ਲਾ ਕੇ ਇਹ ਚੀਜ਼ ਨੂੰ ਆਪਣਾ ਗੋਲ ਬਣਾਉਣਾ ਹੈ ਕਿ ਅਸੀਂ ਇਹੋ ਜਿਹੇ ਸੰਸਾਰ ਦੀ ਰਚਨਾ ਕਰਨੀ ਹੈ, ਇਹੋ ਜਿਹੇ ਅਸੀਂ ਸਮਾਜ ਦੀ ਰਚਨਾ ਕਰਨੀ ਹੈ, ਇਹੋ ਜਿਹੇ ਪਰਿਵਾਰ ਦੀ ਰਚਨਾ ਕਰਨੀ ਹੈ, ਮੈਂ ਆਪਣੀ ਜ਼ਿੰਦਗੀ ਐਸੀ ਬਣਾਣੀ ਹੈ। ਔਰ ਹਕੀਕਤ ਹੈ ਕਿ ਇਹ ਜ਼ਿੰਦਗੀ ਬਣਾਣੀ ਔਖੀ नहीं है, सौखी है, इम्पॉसिबल नहीं है, पॉसिबिलिटी है, केवल अभ्यास करन दी जरूरत है। किसी भी भैड़ी तो भैड़ी आदत नूं बदलण वास्ते 20 कुछ दिन दी प्रैक्टिस करनी पैंदी है। ज्यादा 2 4 6 महीने दे विच आदतां बंदे दियां बदल जांदियां ने, जे बंदा लगातार ट्राई करे, लगन लावे, जे बार-बार इन्हां चीजां नूं रिपीट करे। और ये तुसीं किसी साइकैट्रिक, किसी साइकोलॉजिस्ट बंदे दे नाल मिल के कन्फर्म कर सकते हो कि ये हकीकत है, मनोवैज्ञानिक तथ्य है। जे बंदा इन्हां आदतां नूं बदलना चाहे तां अभ्यास करके बदल सकता है। इसलिए लगन लानी है। कह नानक आप करता, आपे हुक्म वर्ताए, गुरमुख जिसनूं आप करे सो एकस सो होवे, एकस स्यों लिव लाए। कह नानक आप करता, आपे हुक्म बुझाए, वो आप ही करता है, सृष्टि का सिरजनहार है, ते आप ही ये हुक्म वरतान वाला है, ते आप ही साडे अंदर हुक्म दी सूझ पान वाला है। हुण सब तो पहली गल करता है रब। देखो, जिसनूं असीं पूजना चाहते हां, जिसनूं सिमरना चाहते हां, जिस विच अभेद होना चाहते हां, वो कौन है? करता। करता दा मतलब जिहड़ा काम करदा है। रब वेला थोड़ा है, हर वक्त काम कर रहा है, समाया हुआ है ना, हर वक्त काम कर रहा है, करता है, क्रिएटर है। नवी तो नवी चीज पैदा हो रही है इस संसार विच। जिवें असीं पहला एक्सप्लेन कर चुके हैं कि साडा एक रोम भी दूजे रोम वर्गा नहीं, इत्थे नवीनता है, साहिब मेरा नीत नवा। ते जिहड़ा आप काम करदा होवे कि ਉਹ ਵੇਲੜ ਬੰਦੇ ਨੂੰ ਪਿਆਰ ਕਰੇਗਾ ਜਾਂ ਉਹਦਾ ਪਿਆਰ ਵੇਲੇ ਰਹਿ ਕੇ ਪਾਇਆ ਜਾ ਸਕਦਾ ਹੈ? ਐਵੇਂ ਨਹੀਂ ਨਾ ਹੁੰਦਾ, ਕੰਮ ਕਰਨਾ ਪਵੇਗਾ। ਇਸ ਲਈ ਕਿਰਤ ਨੂੰ ਗੁਰੂ ਸਾਹਿਬ ਜੀ ਨੇ ਧਰਮ ਦਾ ਪਹਿਲਾ ਅਸੂਲ ਬਣਾਇਆ ਹੈ ਕਿ ਜ਼ਿੰਦਗੀ ਅੰਦਰ ਜੇ ਖੁਸ਼ੀ ਪਾਣੀ ਹੈ ਤਾਂ ਕਿਰਤ ਕਰਨੀ ਹੈ, ਕੰਮ ਕਰਨਾ ਹੈ। ਕਦੇ ਐਸੇ ਸਮਾਜ ਦੀ ਸਿਰਜਣਾ ਨਹੀਂ ਹੋ ਸਕਦੀ ਜਿੱਥੇ ਬੰਦਾ ਕੰਮ ਕਰਨ ਤੋਂ ਬਿਨਾਂ ਆਪਣੀ ਜ਼ਿੰਦਗੀ ਨੂੰ ਚਲਾ ਸਕੇ। लेकिन साडी प्रॉब्लम की है, कहंदे ने कोई बच्चा बड़ा सी नकारा घर काम नहीं सी करदा, मां प्यो ने काम कहना, उन्हें काम ना करना, ते उन्हें काम नूं छड्ड के ना उन्हें सोचिया चलो फौज विच भर्ती हो जांदे आ, उत्थे वेले खाण। बंदा फौज विच भर्ती होण वास्ते चला गया, डील डोल ठीक सी, फौज भर्ती हो गया, ते फौज दे अंदर ते पसीने कढा दिंदे ने, किन्नी तगड़ी मुशक्कत करनी पैंदी है ना रंगरूटी विच। उन्हें जदों वेख्या भी इत्थे ते घर नालों भी ज्यादा स्यापा पै गया, फौज चों ही भज गया, फौज छड्ड आया, क्योंकि उत्थे तां मेहनत करनी पैनी बहुत वड्डी, इन्नी तगड़ी प्रैक्टिस, दौड़ भज, हथियार चलाने, देश की रक्षा करने वास्ते किन्नी इन्नी वड्डी ट्रेनिंग लैनी कोई आम बंदे दा काम थोड़ा है। फौजी बंदे तां महाराज दी उन्हां ते रहमत और बख्शिश है, अपनी जान हूल के ते ओह लोकां दी रक्षा करदे ने। उत्थों भज आया, उत्थे कामयाब नहीं है आलसी बंदे, उत्थे शूरवीर बंदे कामयाब। उन्हें वेख्या भी चल इत्थे किसी बाबे दा चेला बनने, चल बाबियां दे डेरियां ते ठीक है, बाबे कोल चला गया,
ਜਾ ਕੇ ਕਹਿਣ ਲੱਗਾ ਬਾਬਾ ਜੀ ਮੈਂ ਤੁਹਾਡਾ ਚੇਲਾ ਬਣਨਾ ਚਾਹੁੰਦਾ। ਤੇ ਬਾਬੇ ਸ਼ੁਕਰ ਕਰਦੇ ਨੇ ਕੋਈ ਵਿਹਲੜ ਬੰਦਾ ਹੋਰ ਆਇਆ। ਬਾਬਿਆਂ ਨੇ ਆਖਿਆ ਵੀ ਚੇਲਾ ਬਣ ਜਾ। ਬਾਬਿਆਂ ਕੋਲ ਚੇਲੇ ਨਹੀਂ ਸਨ ਹੈਗੇ। ਤੇ ਕਹਿੰਦਾ ਬਾਬਾ ਜੀ ਚੇਲਾ ਮੈਂ ਬਣ ਜਾਗਾ, ਪਰ ਮੈਨੂੰ ਇਹ ਦੱਸੋ ਵੀ ਕੰਮ ਕੀ ਕਰਨਾ ਪਵੇਗਾ, ਕਿ ਕੰਮ ਤੋਂ ਚਾਲੂ ਸੀ। ਕਹਿਣ ਲੱਗਾ ਬੇਟਾ ਕੰਮ ਇੱਥੇ ਬਾਬਿਆਂ ਦੇ ਡੇਰੇ ਤੇ ਕੁਛ ਨਹੀਂ ਹੁੰਦਾ, ਬਸ ਇੱਥੇ ਪ੍ਰਸ਼ਾਦਾ ਛਕਣਾ ਛਕਾਣਾ ਤੇ ਆਰਾਮ ਕਰਨਾ ਹੈ। ਥੋੜੀ ਜਿਹੀ ਗਜਾ ਕਰ ਲੈਣੀ ਪਿੰਡ ਚੋਂ, ਤੂੰ 2-3 ਪਿੰਡਾਂ ਚੋਂ ਗਜਾ ਕਰ ਲਿਆਉਣੀ ਹੈ, ਪਰੌਂਠੇ ਪਰੌਂਠੇ ਖੀਰ ਵਗੈਰਾ ਬਣੀ ਬਣਾਈ ਸਬਜ਼ੀ ਦਾਲ ਆਣ ਕੇ ਛੱਕ ਕੇ ਤੇ ਵਿਹਲਾ ਫਿਰ। ਤੇ ਥੋੜਾ ਜਿਹਾ ਡੇਰੇ ਦੇ ਵਿੱਚ ਝਾੜੂ ਬਹਾਰੀ ਕਰ ਦੇਣਾ। ਤੇ ਉਸ ਤੋਂ ਬਾਅਦ ਡੇਰੇ ਵਿੱਚ ਬੱਕਰੀਆਂ ਨੇ ਕੋਈ 10-12 ਬੱਕਰੀਆਂ ਤੋਂ 3-4 ਘੰਟੇ ਚਰਾ ਕੇ ਲਿਆਉਣੀਆਂ ਨੇ। ਮੱਝਾਂ ਚਾਰਨੀਆਂ ਸੌਖੀਆਂ ਨੇ, ਤੁਹਾਨੂੰ ਪਤਾ ਬੱਕਰੀਆਂ ਪੈਰ ਨਹੀਂ ਲੱਗਣ ਦਿੰਦੀਆਂ, ਬੱਕਰੀਆਂ ਚਾਰਨੀਆਂ ਨੇ। ਤੇ ਸ਼ਾਮ ਨੂੰ ਆਣ ਕੇ ਥੋੜੀ ਗਜਾ ਕਰ ਲੈਣੀ ਹੈ, ਤੇ ਸਵੇਰੇ ਨਲਕਾ ਗੇੜ ਕੇ ਮੈਨੂੰ ਇਸ਼ਨਾਨ ਕਰਾਣਾ ਹੈ, ਤੇ ਬਾਕੀ ਟਾਈਮ ਵਿੱਚ ਮੇਰੇ ਕੱਪੜੇ ਧੋ ਦੇਣੇ ਨੇ, ਰਾਤ ਨੂੰ ਮੇਰੇ ਕੱਪੜੇ ਪ੍ਰੈਸ ਕਰਕੇ ਟੰਗ ਦੇਣੇ ਨੇ, ਤੇ ਰਾਤ ਨੂੰ ਥੋੜਾ ਮੈਨੂੰ ਮਾਲਿਸ਼ ਕਰ ਦੇਣੀ ਹੈ ਲੱਤਾਂ ਤੇ ਕੰਮ ਕੋਈ ਨਹੀਂ ਬੇਟਾ ਵਿਹਲਾ ਹੀ ਹੈ। ਤੇ ਬੰਦਾ ਹੱਥ ਜੋੜ ਕੇ ਪੁੱਛਣ ਲੱਗਾ ਬਾਬਾ ਜੀ ਵੀ ਤੁਸੀਂ ਕੀ ਕਰੋਗੇ, ਇਹ ਤੇ ਕੰਮ ਮੈਨੂੰ ਇਹਨਾਂ ਦੱਸਤਾ ਤੇ ਤੁਸੀਂ ਕੀ ਕਰਨਾ ਹੈ। ਉਹ ਕਹਿਣ ਲੱਗਾ ਵੀ ਮੈਂ ਗੁਰੂ ਆ ਨਾ, ਮੈਂ ਗੁਰੂ ਜੋ ਹੋਇਆ। ਕਹਿਣ ਲੱਗਾ ਬਾਬਾ ਜੀ ਫਿਰ ਮੈਨੂੰ ਚੇਲਾ ਨਾ ਬਣਾਓ, ਮੈਨੂੰ ਗੁਰੂ ਹੀ ਬਣਾ ਲਓ, ਗੁਰੂ ਹੀ ਬਣਾ ਲਓ। ਹੁਣ ਇਹੋ ਜਿਹੇ ਬੰਦੇ ਕਾਮਯਾਬ ਥੋੜਾ ਹੋਣਗੇ। ਰੱਬ ਕਰਤਾ ਹੈ ਤਾਂ ਕਿਰਤ ਕਰਨਾ, ਕੰਮ ਕਰਨਾ ਪਵੇਗਾ, ਤਾਂ ਜ਼ਿੰਦਗੀ ਦੇ ਅੰਦਰ ਕਾਮਯਾਬੀ ਹੋਏਗੀ। ਤਾਂ ਸਭ ਤੋਂ ਪਹਿਲਾਂ ਇਹ ਚੀਜ਼ ਅਸਾਂ ਵੇਖਣੀ ਹੈ ਕਿ ਉਹ ਆਪ ਕਰਤਾ ਹੈ ਤਾਂ ਅਸੀਂ ਕਿਰਤ ਕਰਨੀ ਹੈ, ਕੰਮ ਕਰਨਾ ਹੈ। ਕਹੇ ਨਾਨਕ ਆਪ ਕਰਤਾ ਔਰ ਆਪੇ ਹੁਕਮ ਬੁਝਾਏ। ਫਿਰ ਉਹਦੀ ਸ਼ਰਨ ਦੇ ਅੰਦਰ ਆਓਗੇ ਤੇ ਤੁਹਾਨੂੰ ਹੁਕਮ ਦੀ ਸੂਝ ਵੀ ਗੁਰੂ ਰਾਹੀਂ ਬਖਸ਼ੇਗਾ। ਉਹਦੇ ਹੁਕਮ ਨੂੰ ਸਮਝਣਾ ਹੈ, ਸਿਸਟਮ ਨੂੰ ਸਮਝਣਾ ਹੈ, ਤੇ ਉਹ ਸਿਸਟਮ ਦੇ ਅੰਦਰ ਰਹਿ ਕੇ ਅਸੀਂ ਕਿਰਤ ਕਰਨੀ ਹੈ, ਕੰਮ ਕਰਨਾ ਹੈ। ਜਿਹੜਾ ਵੀ ਕੰਮ ਕਰੋਗੇ ਸਿਸਟਮ ਦੇ ਅੰਦਰ, ਫਿਰ ਤੁਹਾਨੂੰ ਕਾਮਯਾਬੀ ਮਿਲੇਗੀ। ਚਾਹੇ ਤੁਸੀਂ ਡਾਕਟਰ, ਇੰਜੀਨੀਅਰ, ਵਿਗਿਆਨਿਕ ਕੁਝ ਵੀ ਬਣੋਗੇ, ਤਾਂ ਉਹ ਕਰਤਾ ਹੈ, ਹੁਕਮ ਵਰਤਾ ਰਿਹਾ ਹੈ। ਪੂਰੀ ਕਾਇਨਾਤ ਉਹਦੇ ਹੁਕਮ ਦੇ ਅੰਦਰ ਕੰਮ ਕਰ ਰਹੀ ਹੈ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਉਹਨੂੰ ਹੁਕਮ ਦੀ ਸੂਝ ਪੈ ਜਾਂਦੀ ਹੈ। ਉਹ ਇੱਕ ਦੇ ਨਾਲ ਲਿਵ ਲਾ ਲੈਂਦਾ ਹੈ, ਤੇ ਜਿਸ ਦੀ ਇੱਕ ਦੇ ਨਾਲ ਲਿਵ ਲੱਗ ਜਾਂਦੀ ਹੈ, ਉਹ ਇੱਕ ਦੇ ਅੰਦਰ ਸਮਾ ਕੇ ਇੱਕ ਦਾ ਰੂਪ ਹੋ ਜਾਂਦਾ ਹੈ। ਉਸ ਮਨੁੱਖ ਦੀ ਜ਼ਿੰਦਗੀ ਅੰਦਰ ਆਨੰਦ ਪੈਦਾ ਹੁੰਦਾ ਹੈ, ਉਸ ਮਨੁੱਖ ਦੀ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਹੁੰਦੀ ਹੈ। ਇਹ ਖੁਸ਼ੀ ਪਾਉਣ ਦੇ ਸਾਡੇ ਕੋਲ ਇਸ ਪੌੜੀ ਦੇ ਅੰਦਰ ਨਿਯਮ ਨੇ। ਅਗਲਾ ਬਚਨ ਕਰਦੇ ਨੇ, ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੇ। ਹੁਣ ਇਸ ਪੌੜੀ ਦੇ ਅੰਦਰ ਕੁਝ ਧਾਰਮਿਕ ਲੋਕਾਂ ਦੀ ਗੱਲ ਕਰ ਰਹੇ ਨੇ ਕਿ ਜੋ ਬ੍ਰਾਹਮਣ ਨੇ ਜਾਂ ਵਿਦਵਾਨ ਨੇ, ਕਿਸੇ ਵੀ ਧਰਮ ਦੇ ਪ੍ਰਚਾਰਕ ਨੇ, ਸਿਮਰਤ ਸ਼ਾਸਤਰ ਔਰ ਸਿਮਰਤੀਆਂ ਔਰ ਸ਼ਾਸਤਰਾਂ ਦੀ ਵਿਚਾਰ ਕਰਦੇ ਨੇ, ਧਰਮ ਗ੍ਰੰਥ ਪੜ੍ਹਦੇ ਨੇ, ਉਹਨਾਂ ਦੀ ਵਿਚਾਰ ਕਰਦੇ ਨੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੇ ਸਿਮਰਤੀਆਂ ਔਰ ਸ਼ਾਸਤਰਾਂ ਨੂੰ ਪੜ੍ਹ ਕੇ ਪੁੰਨ ਔਰ ਪਾਪ ਦੀ ਵਿਚਾਰ ਕਰਦੇ ਹਨ ਕਿ ਸਾਡੇ ਧਰਮ ਗ੍ਰੰਥ ਮੁਤਾਬਕ ਪੁੰਨ ਕੀ ਹੈ ਤੇ ਪਾਪ ਕੀ ਹੈ। ਪਰ ਗੁਰੂ ਜੀ ਕਹਿੰਦੇ ਨੇ ਜਿਹੜੇ ਪੁੰਨ ਔਰ ਪਾਪ ਦੀ ਵਿਚਾਰ ਕਰਦੇ ਨੇ, ਤੱਤੈ ਸਾਰ ਨਾ ਜਾਣੀ, ਉਹਨਾਂ ਨੇ ਤੱਤ ਦੀ ਸਾਰ ਨਹੀਂ ਜਾਣੀ ਕਿ ਅਸਲੀਅਤ ਕੀ ਹੈ। ਪੁੰਨ ਔਰ ਪਾਪ ਵਿੱਚ ਪੈ ਨੇ। ਸਿਮਰਤੀਆਂ ਸ਼ਾਸਤਰਾਂ ਰਾਹੀਂ ਇਹ ਦੱਸਦੇ ਨੇ ਕਿ ਇਹ ਚੀਜ਼ ਪੁੰਨ ਹੈ, ਇਹ ਚੀਜ਼ ਪਾਪ। ਜੇ ਬਿੱਲੀ ਮਰ ਜਾਏ ਤੇ ਸੋਨੇ ਦੀ ਬਿੱਲੀ ਦਾਨ ਕਰੋ ਤੇ ਤੁਹਾਡਾ ਪਾਪ ਮਾਫ। ਕਿਹੜਾ ਕਰਮ ਪਾਪ ਹੈ, ਫਿਰ ਉਸ ਪਾਪ ਦੇ ਪਛਤਾਪ ਵਾਸਤੇ ਕਿਹੜਾ ਕਰਮ ਕਰਨਾ ਪਵੇਗਾ, ਦਾਨ ਪੁੰਨ ਪਾਠ ਆਦਿਕ, ਔਰ ਕਿੰਨਾ ਦਾਨ ਪੁੰਨ ਕਰਨਾ ਪਵੇਗਾ, ਐਸੇ ਵਿਚਾਰ ਨਿਸ਼ਚਿਤ ਕਰਦੇ ਨੇ ਲੋਕ। ਸਿਮਰਤੀਆਂ ਸ਼ਾਸਤਰਾਂ ਨੂੰ ਵਿਚਾਰਨ ਵਾਲੇ, ਪੜ੍ਹਨ ਵਾਲੇ ਪੁੰਨ ਔਰ ਪਾਪ ਦੀ ਵਿਚਾਰ ਕਰ ਰਹੇ ਨੇ, ਤੱਤ ਦੀ ਸਾਰ ਨਹੀਂ ਜਾਣੇ। ਜਿਵੇਂ ਮੈਂ ਪਹਿਲਾਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਜੇ ਅਸੀਂ ਪੁੰਨ ਔਰ ਪਾਪ ਦੀ ਵਿਚਾਰ ਕਰਨ ਬਹਿ ਜਾਈਏ ਤੇ ਪੁੰਨ ਔਰ ਪਾਪ ਦਾ ਨਖੇੜਾ ਹੀ ਨਹੀਂ ਹੋਣਾ। ਕੀ ਪੁੰਨ ਹੈ, ਕੀ ਪਾਪ। ਜੀਵਾਂ ਨੂੰ ਮਾਰਨਾ ਪਾਪ ਹੈ ਨਾ, ਸਭ ਤੋਂ ਵੱਡਾ ਪਾਪ। ਇਹ ਨਾ ਸਮਝਣਾ ਕਿ ਮੈਂ ਜੀਵ ਹੱਤਿਆ ਦਾ ਉਪਦੇਸ਼ ਕਰ ਰਿਹਾ ਹਾਂ। ਮੈਂ ਜੀਵ ਹੱਤਿਆ ਦਾ ਉਪਦੇਸ਼ ਬਿਲਕੁਲ ਨਹੀਂ ਕਰ ਰਿਹਾ। ਜੀਵ ਹੱਤਿਆ ਵਾਸਤਵ ਦੇ ਵਿੱਚ ਗਲਤ ਹੈ, ਨਹੀਂ ਕਰਨੀ ਚਾਹੀਦੀ। ਪਰ ਜੇ ਇਹਨੂੰ ਪੁੰਨ ਪਾਪ ਦੇ ਨਾਲ ਜੋੜੋਗੇ ਤੇ ਬੜੀ ਵੱਡੀ ਪ੍ਰੋਬਲਮ ਆ ਜਾਏਗੀ। ਹੁਣ ਜੈਨੀ ਵੀਰ ਨੇ, ਉਹਨਾਂ ਨੇ ਜੀਵ ਹੱਤਿਆ, ਹਿੰਸਾ ਪਰਮੋ ਧਰਮ ਸਮਝ ਲਿਆ,
ਇਹਨੂੰ ਮੰਨ ਲਿਆ, ਲੇਕਿਨ ਉਹਨੂੰ ਇੱਕ ਵਹਿਮ ਤੱਕ ਲੈ ਗਏ। ਤਾਂ ਜੈਨੀ ਫਿਰ ਕੀ ਕਰਦੇ ਨੇ, ਉਹ ਰਾਤ ਨੂੰ ਤੁਰਦੇ ਵੀ ਨਹੀਂ, ਲਾਈਨ ਬਣਾ ਕੇ ਤੁਰਦੇ ਨੇ, ਕੱਪੜੇ ਵੀ ਉਤਾਰ ਦਿੱਤੇ, ਨੰਗੇ ਪੈਰ ਹੀ ਤੁਰ ਰਹੇ ਨੇ, ਵਾਲ ਕੈਂਚੀ ਨਾਲ ਨਹੀਂ ਕੱਟਦੇ, ਉਹ ਕੱਲਾ ਕੱਲਾ ਵਾਲ ਪੁੱਟਦੇ ਨੇ ਇੱਕ ਦੂਜੇ ਦਾ, ਵੀ ਕੈਂਚੀ ਨਾਲ ਕੋਈ ਜੂੰ ਨਾ ਕੱਟੀ ਜਾਏ, ਜੂੰ ਕੀੜਾ ਨਾ ਕੋਈ ਮਰ ਜਾਏ, ਕੱਲਾ ਕੱਲਾ ਵਾਲ ਪੁੱਟਦੇ ਨੇ। ਫਿਰ ਅਗਲੇ ਬੰਦੇ ਦੀ ਬੜੀ ਵੱਡੀ ਜ਼ਿੰਮੇਵਾਰੀ ਇੱਕ ਸੂਤਰ ਦਾ ਬ੍ਰਸ਼ ਜਿਹਾ ਲੈ ਕੇ ਚੱਲ ਰਿਹਾ ਹੈ, ਉਹਨੇ ਬੜੇ ਗੌਰ ਦੇ ਨਾਲ ਤੁਰਨਾ ਹੈ ਕਿ ਕੋਈ ਕੀੜਾ ਪੈਰ ਥੱਲੇ ਨਾ ਆ ਜਾਏ। ਦੂਜਿਆਂ ਨੇ ਉਹਦੇ ਪੈਰ ਤੇ ਪੈਰ ਰੱਖਣਾ ਹੈ, ਜੇ ਕੋਈ ਕੀੜਾ ਦੂਜਿਆਂ ਦੇ ਪੈਰ ਥੱਲੇ ਮਰ ਜਾਏ ਤੇ ਪਹਿਲੇ ਵਾਲੇ ਦੀ ਜ਼ਿੰਮੇਵਾਰੀ ਹੋਏਗੀ, ਕਿਉਂਕਿ ਉਹਨੇ ਗਲਤ ਜਗ੍ਹਾ ਤੇ ਪੈਰ ਰੱਖਿਆ ਹੈ। ਉਹ ਖੜੇ ਪਾਣੀ ਦੇ ਵਿੱਚ ਨਹਾਉਂਦੇ ਤੱਕ ਨਹੀਂ ਹੈਗੇ, ਉਹ ਟਾਇਲਟ ਵਗੈਰਾ ਬਾਹਰ ਖੇਤਾਂ ਵਿੱਚ ਲੈਟਰਿੰਗ ਵਗੈਰਾ ਕਰਕੇ ਉਹਨੂੰ ਵੀ ਫਰੋਲ ਦਿੰਦੇ ਨੇ ਕਿ ਉਹਦੇ ਵਿੱਚ ਕੋਈ ਕੀੜਾ ਨਾ ਹੋਏ। ਪਾਣੀ ਵਿੱਚ ਤੁਕ ਆਉਂਦੀ ਹੈ, ਫੋਲ ਫਦੀਹਤ ਮੂੰਹ ਲੈਣ ਪੜਾਸਾਂ, ਪਾਣੀ ਦੇਖ ਸੰਗਾਹੀ। ਫਦੀਹਤ ਦਾ ਮਤਲਬ ਜੋ ਗੰਦਗੀ ਹੈ, ਵਿਸ਼ਟਾ ਹੈ, ਉਹਨੂੰ ਫਰੋਲਦੇ ਨੇ, ਪਾਣੀ ਤੋਂ ਡਰਦੇ ਨੇ। ਦੇਖੋ ਕਿੰਨੇ ਵਹਿਮ ਤੱਕ ਗੱਲ ਚਲੀ ਗਈ। ਜੇ ਹੁਣ ਸਾਰੇ ਐਵੇਂ ਕਰਨ ਤਾਂ ਜ਼ਿੰਦਗੀ ਨਹੀਂ ਨਾ ਚੱਲੇਗੀ। ਕਿਸਾਨ ਬੰਦਾ ਜੇਕਰ ਕੀੜੇ ਮਾਰ ਦਵਾਈਆਂ ਨਾ ਪਾਏ, ਕਿਸਾਨ ਬੰਦਾ ਲੱਖਾਂ ਨਹੀਂ ਕਰੋੜਾਂ ਕੀੜੇ ਮਾਰਦਾ ਹੈ ਸਾਲ ਵਿੱਚ, ਫਿਰ ਉਹ ਤਾਂ ਬੜਾ ਵੱਡਾ ਪਾਪੀ ਹੋ ਗਿਆ, ਹੱਤਿਆਰਾ ਹੋ ਗਿਆ, ਉਹਦੀ ਤੇ ਕਦੇ ਮੁਕਤੀ ਹੋ ਨਹੀਂ ਪਾਏਗੀ। ਪਾਪ। ਤੇ ਜੇ ਕਿਸਾਨ ਕੀੜੇ ਨਾ ਮਾਰੇ, ਫਸਲਾਂ ਪੈਦਾ ਨਾ ਕਰੇ ਤਾਂ ਸਾਰੀ ਦੁਨੀਆ ਮੁੱਕ ਜਾਏਗੀ, ਫਿਰ ਪਾਪ। ਤੁਹਾਡੀ ਗਾਂ ਅੱਜ ਘਰ ਵਿੱਚ ਕੋਈ ਕੁੱਤਾ ਬਿੱਲੀ ਹੈ, ਉਹਨੂੰ ਕੀੜੇ ਪੈ ਜਾਣ ਜ਼ਖਮ ਵਿੱਚ, ਕੀੜੇ ਮਾਰਨ ਵਾਲੀ ਦਵਾਈ ਪਾਓਗੇ, ਕੀੜੇ ਮਰਨਗੇ, ਪਾਪ ਲੱਗੇਗਾ। ਤੇ ਜੇ ਤੁਸੀਂ ਦਵਾਈ ਨਹੀਂ ਪਾਓਗੇ, ਮੱਝ ਗਾਂ ਜਾਂ ਕੁੱਤਾ ਬਿੱਲੀ ਮਰ ਜਾਏਗਾ, ਫਿਰ ਪਾਪ ਲੱਗੇਗਾ। ਹੁਣ ਜਦੋਂ ਮਲੇਰੀਆ ਵਗੈਰਾ ਬੁਖਾਰ ਹੁੰਦਾ ਹੈ ਤੇ ਅੰਦਰ ਕੀ ਬੈਕਟੀਰੀਆ ਹੀ ਪੈਦਾ ਹੁੰਦਾ ਨਾ, ਕੀਟਾਣੂ ਪੈਦਾ ਹੋ ਜਾਂਦੇ ਨੇ। ਤੇ ਜਦੋਂ ਅਸੀਂ ਨੈਵਾਕਿਨ, ਕਲੋਰੋਕੁਇਨ ਵਗੈਰਾ ਦਾ ਇੰਜੈਕਸ਼ਨ ਜੋ ਵੀ ਡਾਕਟਰ ਦਿੰਦੇ ਨੇ, ਉਹਦੇ ਨਾਲ ਸਾਡੇ ਅੰਦਰ ਕੀਟਾਣੂ ਹੀ ਮਰਦੇ ਨੇ। ਤੇ ਜੇ ਉਹ ਲੱਖਾਂ ਦੀ ਗਿਣਤੀ ਵਿੱਚ ਅੰਦਰ ਕੀਟਾਣੂ ਨਾ ਮਰਨ ਤੇ ਅਸੀਂ ਮਰ ਜਾਵਾਂਗੇ, ਫਿਰ ਡਾਕਟਰ ਤੇ ਪਾਪੀ ਹੋ ਗਏ ਸਾਰੇ। ਇਸ ਲਈ ਇਹ ਪੁੰਨ ਪਾਪ ਦੀ ਜਿਹੜੀ ਵਿਚਾਰ ਹੈ, ਇਹ ਵਿਅਰਥ ਦੀ ਵਿਚਾਰ ਹੈ। ਔਰ ਪੁੰਨ ਔਰ ਪਾਪ ਦੋਵੇਂ ਬਰਾਬਰ ਹੀ ਨੇ, ਇਹਨਾਂ 'ਚ ਕੋਈ ਫਰਕ ਨਹੀਂ ਹੈ। ਗੁਰੂ ਜੀ ਕਹਿੰਦੇ ਨੇ ਪਾਪ ਪੁੰਨ ਦੋ ਏਕ ਸਮਾਨ। ਗੁਰੂ ਜੀ ਕਹਿੰਦੇ ਨੇ ਪਿਆਰਿਓ, ਜੇ ਅਗਿਆਨਤਾ ਵਸ ਕੀਤੇ ਜਾਣ ਤੇ ਪੁੰਨ ਪਾਪ ਦੋਵੇਂ ਹੀ ਬਰਾਬਰ ਨੇ। ਕਿਵੇਂ ਨੇ ਬਰਾਬਰ? ਪੁੰਨ ਕਿਉਂ ਕਰ ਰਹੇ ਹੋ? ਪੁੰਨ ਇਸ ਕਰਕੇ ਕਰ ਰਹੇ ਹਾਂ ਕਿ ਸਾਨੂੰ ਸਵਰਗ ਮਿਲੇਗਾ। ਪੁੰਨ ਇਸ ਕਰਕੇ ਕਰ ਰਹੇ ਹਾਂ, ਸਵਰਗ ਮਿਲੇਗਾ। ਦਾਨ ਕਰ ਰਹੇ ਹਾਂ, ਸਵਰਗ ਮਿਲੇਗਾ, ਇਸ ਕਰਕੇ ਪੁੰਨ ਕਰ ਰਹੇ ਹਾਂ, ਯਾਨੀ ਸਵਾਰਥ। ਤੇ ਜੀਵ ਹੱਤਿਆ ਕਿਉਂ ਕਰ ਰਹੇ ਹਾਂ? ਬਲੀ ਕਿਉਂ ਦੇ ਰਹੇ ਹਾਂ? ਕਈ ਥਾਵਾਂ ਤੇ ਅੱਜ ਵੀ ਝੂਠੇ ਦੀ ਬਲੀ ਦਿੱਤੀ ਜਾਂਦੀ, ਕਈ ਐਸੇ ਧਰਮ ਸਥਾਨ ਹੈ ਨੇ ਜਿੱਥੇ ਬਲੀ ਦਿੱਤੀ ਜਾਂਦੀ। ਤੇ ਉਹ ਬਲੀ ਜੀਵ ਨੂੰ ਕਿਉਂ ਮਾਰ ਰਹੇ ਹਾਂ? ਕਿਉਂਕਿ ਸਾਨੂੰ ਸਵਰਗ ਮਿਲੇਗਾ। ਫਿਰ ਪੁੰਨ ਪਾਪ ਬਰਾਬਰ ਹੀ ਹੋਏ ਨਾ। ਜੇ ਤੇ ਸਵਰਗ ਬਲੀ ਦੇ ਕੇ ਮਿਲਦਾ ਤੇ ਅਸੀਂ ਬਲੀ ਦੇ ਦਿਆਂਗੇ, ਤੇ ਜੇ ਮਤਲਬ ਸਵਰਗ ਸਾਨੂੰ ਪੈਸੇ ਦੇਣ ਨਾਲ ਮਿਲਦਾ ਹੈ ਤੇ ਪੈਸੇ ਦਾਨ, ਤੇ ਫਿਰ ਪੁੰਨ ਪਾਪ ਬਰਾਬਰ ਹੀ ਹੋ ਗਿਆ ਨਾ। ਮੈਂ ਕਿਸੇ ਬੰਦੇ ਦੀ ਹੈਲਪ ਇਸ ਕਰਕੇ ਕੀਤੀ ਕਿ ਮੈਨੂੰ ਇੱਥੋਂ 10,000 ਰੁਪਇਆ ਬਚੇਗਾ, ਪੁੰਨ ਦਾ ਕੰਮ ਕੀਤਾ। 10,000 ਬਚੇਗਾ, ਕਾਹਦੇ ਵਾਸਤੇ ਕੀਤਾ? 10,000 ਲਈ ਕੀਤਾ। ਤੇ ਦੂਜੇ ਬੰਦੇ ਦਾ ਮੈਂ ਕੰਮ ਗਵਾ ਦਿੱਤਾ, ਕਿਉਂ? ਕਿ ਮੈਨੂੰ ਕਿਸੇ ਨੇ ਕਿਹਾ ਵੀ ਇਹਦਾ ਕੰਮ ਗਵਾ ਦੇ, ਤੈਨੂੰ ਮੈਂ 10,000 ਦਿਆਂਗਾ, ਤੇ ਮੈਂ 10,000 ਵਾਸਤੇ ਕੰਮ ਗਵਾ ਦਿੱਤਾ। ਮੇਰਾ ਕੰਮ ਸਵਾਰਨਾ ਔਰ ਗਵਾਣਾ ਦੋਵੇਂ ਬਰਾਬਰ ਹੋ ਗਏ ਨਾ, ਕਿਉਂਕਿ ਮੈਂ ਸਵਾਰਥੀ ਹਾਂ, ਸਵਾਰਥ ਵਾਸਤੇ ਕਰ ਰਿਹਾ। ਇਸ ਲਈ ਸਵਾਰਥ ਵਾਸਤੇ ਕੀਤਾ ਪੁੰਨ ਔਰ ਪਾਪ ਦੋਵੇਂ ਬਰਾਬਰ ਹੁੰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੇ ਲੋਕ ਨੇ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਪੁੰਨ ਔਰ ਪਾਪ ਦੀ ਵਿਚਾਰ ਕਰ ਰਹੇ ਨੇ, ਤੱਤੈ ਸਾਰ ਨਾ ਜਾਣੀ, ਤੱਤ ਦੀ ਸਾਰ ਨਹੀਂ ਜਾਣੀ ਕਿ ਸਚਿਆਰ ਕਿਵੇਂ ਹੋਣਾ ਹੈ, ਅਸਲੀਅਤ ਕੀ ਹੈ, ਮੈਂ ਮਨ ਬਚਨ ਕਰਮ ਕਰਕੇ ਸੱਚੇ ਕਿਵੇਂ ਹੋਣਾ ਹੈ, ਇਸ ਤੱਤ ਨੂੰ ਨਹੀਂ ਜਾਣਿਆ। ਇਸ ਜਿਹੜੀ ਹੈ ਸੱਚਾਈ ਹੈ, ਇਸ ਸੱਚਾਈ ਨੂੰ ਨਹੀਂ ਸਮਝ ਸਕੇ। ਇਸ ਲਈ ਅਸੀਂ ਪੁੰਨ ਪਾਪ ਤੋਂ ਉੱਤੇ ਉੱਠ ਕੇ ਸਚਿਆਰ ਹੋਣ ਦਾ ਯਤਨ ਕਰਨਾ ਹੈ, ਰੱਬ ਦੇ ਸਿਸਟਮ ਨੂੰ ਸਮਝਣਾ ਹੈ। ਇੱਥੇ ਗੁਰੂ ਜੀ ਕਹਿੰਦੇ ਨੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਜੀਆਂ ਦਾ ਆਹਾਰ ਜੀ ਹੈ, ਪਾਣੀ ਵਿੱਚ ਜੀਵ ਜੰਤੂ ਇੱਕ ਦੂਜੇ ਨੂੰ ਖਾ ਰਹੇ ਨੇ। ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਅਸੀਂ ਇੱਕ ਦੂਜੇ ਨੂੰ ਖਾ ਜਾਈਏ, ਲੇਕਿਨ ਇੱਕ ਨਿਯਮ ਹੈ, ਜੀਆਂ ਕਾ ਆਹਾਰ ਜੀ। ਹੁਣ ਜੇ ਤੁਸੀਂ ਇਹ ਗੱਲ ਅਸੀਂ ਕਹੀਏ ਕਿ ਜੀਵ ਹੱਤਿਆ ਹੈ, ਇਸ ਕਰਕੇ ਫਲਾਂ ਚੀਜ਼ ਨਹੀਂ ਖਾਣੀ ਜਾਂ ਕੁਛ ਨਹੀਂ ਕਰਨਾ, ਤਾਂ ਕਣਕ ਦੇ ਵਿੱਚ ਵੀ ਜੀਵ ਹੈ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਜਿਸ ਚੀਜ਼ ਦੇ ਅੰਦਰ ਜਾਨ ਨਹੀਂ ਹੈ ਨਾ,
ਉਹਨੂੰ ਖਾ ਕੇ ਬੰਦਾ ਬਚ ਨਹੀਂ ਸਕਦਾ। ਦੇਖੋ ਮੂਲੀ ਵਿੱਚ ਜਾਨ ਹੈ, ਗਾਜਰ ਵਿੱਚ ਜਾਨ ਹੈ, ਸੰਤਰੇ ਵਿੱਚ ਜਾਨ ਹੈ, ਇਹਨਾਂ ਨੂੰ ਖਾ ਕੇ ਅਸੀਂ ਬਚਦੇ ਹਾਂ ਨਾ। ਤੇ ਜੇ ਕੋਈ ਕਵੇ ਵੀ ਮੈਂ ਤੇ ਜੀਵ ਹੱਤਿਆ ਨਹੀਂ ਕਰਨੀ, ਮੈਂ ਨਹੀਂ ਸੰਤਰਾ ਤੋੜਨਾ, ਨਾ ਮੈਂ ਛੋਲੇ ਭੁੰਨਣੇ ਨੇ, ਵਿਚਾਰਿਆਂ ਛੋਲਿਆਂ ਨੂੰ ਭੁੰਨ ਕੇ ਮਾਰਾਂ, ਮੈਂ ਨਹੀਂ ਆਲੂ ਉਬਾਲਨੇ, ਆਲੂ ਦੇ ਵਿੱਚ ਤੇ ਜਾਨ ਹੈ, ਆਲੂ 10-12 ਮੈਂ ਆਲੂਆਂ ਨੂੰ ਉਬਾਲ ਕੇ ਮਾਰਾਂ, ਮੈਂ ਤਾਂ ਵੀ ਜੀਵ ਹੱਤਿਆ ਨਹੀਂ ਕਰਨੀ, ਮੈਂ ਤੇ ਅੱਧਾ ਕਿਲੋ ਸੀਮੈਂਟ ਘੋਲ ਕੇ ਪੀ ਲਵਾਂਗਾ। ਹੋ ਗਿਆ ਸੀ ਠੀਕ। ਸੀਮੈਂਟ ਘੋਲ ਕੇ ਪੀ ਲਾਂਗਾ। ਹੁਣ ਸੀਮੈਂਟ ਘੋਲ ਕੇ ਬਚ ਜਾਓਗੇ, ਪੀ ਤੇ ਲਓਗੇ ਤੇ ਅੱਧੇ ਘੰਟੇ ਬਾਅਦ ਬਣੇਗਾ ਕੀ? ਯਾਨੀ ਮੂਰਖਤਾ ਹੋਏਗੀ ਨਾ। ਇਸ ਲਈ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਈ, ਪਹਿਲਾ ਪਾਣੀ ਜੀਓ ਹੈ। ਪਾਣੀ ਤੇ ਆਪ ਇੱਕ ਜੀਵ ਹੈ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਗੁਰੂ ਜੀ ਨੂੰ ਜਦੋਂ ਕਿਸੇ ਨੇ ਕਿਹਾ ਨਾ ਕਿ ਜੀਵ ਹੱਤਿਆ ਤੇ ਦੂਜੀ ਗੱਲ, ਤਾਂ ਗੁਰੂ ਜੀ ਕਹਿਣ ਲੱਗੇ, ਪੰਡਤਾ ਤੂੰ ਮਾਸ ਦੇ ਵਿਰੋਧ ਵਿੱਚ, ਅਪਕਸ਼ ਵਿੱਚ ਬੋਲ ਰਿਹਾ, ਤੈਨੂੰ ਪਤਾ ਹੀ ਨਹੀਂ ਕਿ ਮਾਸ ਪੈਦਾ ਕਿੱਥੋਂ ਹੋਇਆ। ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਮਾਸ ਉਪੰਨਾ। ਮਾਸਾਹਾਰੀ ਜਿਹੜੇ ਜੀਵ ਨੇ, ਜਿੰਨੇ ਵੀ ਅਸੀਂ ਮਾਸ ਤੋਂ ਬਣੇ ਆ, ਚਾਹੇ ਉਹ ਬੰਦਾ ਹੈ, ਚਾਹੇ ਔਰਤ ਹੈ, ਜਾਂ ਬੱਕਰੀਆਂ ਬੱਕਰੇ ਨੇ, ਜਾਂ ਮੁਰਗੇ ਨੇ, ਜਾਂ ਹੋਰ ਜਿੰਨੇ ਵੀ ਜੀਵ ਨੇ, ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਮਾਸ ਉਪੰਨਾ। ਤੋਇਓ ਅੰਨ ਕਮਾਦ ਕਪਾਹਾਂ। ਤੋਏ ਦਾ ਮਤਲਬ ਪਾਣੀ। ਜੇ ਪਾਣੀ ਨਾ ਹੋਵੇ ਤੇ ਕੀ ਬੱਕਰੀਆਂ ਬੱਕਰੇ, ਮੁਰਗੀਆਂ ਮੁਰਗੇ, ਬੰਦੇ ਇਸਤਰੀ ਪੁਰਸ਼, ਮੱਝਾਂ ਗਾਵਾਂ, ਇਹ ਪੈਦਾ ਹੋ ਸਕਦੇ ਨੇ ਜੇ ਪਾਣੀ ਨਾ ਹੋਵੇ? ਨਹੀਂ ਨਾ। ਸਿਰ ਹਿਲਾ ਕੇ ਦੱਸੋ, ਹੋ ਸਕਦੇ ਨੇ ਕਿ ਨਹੀਂ? ਨਹੀਂ। ਅੰਨ ਕਣਕ ਪੈਦਾ ਹੋ ਸਕਦੀ ਹੈ, ਕਮਾਦ ਪੈਦਾ ਹੋ ਸਕਦਾ ਹੈ, ਕਪਾਹ ਪੈਦਾ ਹੋ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਤੋਇਓ ਅੰਨ ਕਮਾਦ ਕਪਾਹਾਂ, ਤੋਇਓ ਤ੍ਰਿਪਵਨ ਗੰਨਾ। ਇਹ ਸਾਰਾ ਕੁਝ ਪਾਣੀ ਤੋਂ ਤੇ ਪੈਦਾ ਹੋ ਰਿਹਾ ਹੈ। ਇਹਨਾਂ ਦਾ ਮੂਲ ਪਾਣੀ ਹੈ, ਤੇ ਫਿਰ ਫਰਕ ਕੀ ਹੋਇਆ? ਕਿਵੇਂ ਤੂੰ ਇਹ ਕਹੇਂਗਾ ਵੀ ਇਹ ਪੁੰਨ ਹੈ, ਪਾਪ ਹੈ? ਇਸ ਲਈ ਗੁਰੂ ਜੀ ਕਹਿੰਦੇ ਨੇ, ਇਹਨਾਂ ਪੁੰਨ ਉੱਤੇ ਉੱਠ ਕੇ ਆਪਣੇ ਅੰਦਰ ਇਨਸਾਨੀਅਤ ਪੈਦਾ ਕਰੋ, ਸਚਾਈ ਪੈਦਾ ਕਰੋ, ਸਚਿਆਰ ਬਣੋ, ਮਨ ਬਚਨ ਕਰਮ ਕਰਕੇ ਸੱਚੇ ਹੋ। ਕੁਦਰਤ ਦੇ ਇਸ ਸਿਸਟਮ ਨੂੰ ਸਮਝੋ, ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰੋ, ਤੱਤ ਦੀ ਵਿਚਾਰ ਕਰੋ, ਜੋ ਯੂਨੀਵਰਸਲ ਟਰੁੱਥ ਹੈ ਉਹਨੂੰ ਪਹਿਚਾਣਨ ਦਾ ਯਤਨ ਕਰੋ। ਪਰ ਗੁਰੂ ਜੀ ਕਹਿੰਦੇ ਨੇ, ਜਿਹੜੇ ਸਿਮਰਤੀਆਂ ਸ਼ਾਸਤਰਾਂ ਰਾਹੀਂ ਪੁੰਨ ਪਾਪ ਦੀ ਵਿਚਾਰ ਕਰਦੇ ਰਹਿੰਦੇ ਨੇ, ਉਹ ਤੱਤ ਦੀ ਸਾਰ ਨੂੰ ਨਹੀਂ ਜਾਣ ਸਕਦੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਤੱਤ ਦੀ ਸਾਰ ਫਿਰ ਸਮਝ ਕਿਵੇਂ ਆਏ? ਅਗਲਾ ਬਚਨ ਕਰਦੇ ਨੇ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ। ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਤੱਤ ਦਾ ਨਹੀਂ ਪਤਾ ਲੱਗਦਾ। ਗਿਆਨ ਗੁਰੂ, ਗਿਆਨ ਦੀ ਸਹੀ ਵਰਤੋਂ ਕਰਨੀ ਹੈ। ਔਰ ਜਿਵੇਂ ਮੈਂ ਬਾਰ-ਬਾਰ ਕਹਿ ਰਿਹਾ, ਕਿਸੇ ਵੀ ਚੀਜ਼ ਨੂੰ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਉਹਨੂੰ ਨਾਪਣਾ ਹੈ। ਉਹਦਾ ਸਾਡਾ ਜਿਹੜਾ ਹੈ ਨਾ ਰਿਜ਼ਲਟ ਅਸੀਂ ਕੱਢਣਾ ਹੈ, ਉਹਦਾ ਬੇਸ ਯੂਨੀਵਰਸਲ ਟਰੁੱਥ ਹੋਣਾ ਚਾਹੀਦਾ ਹੈ। ਮੈਂ ਜੋ ਗੱਲ ਕਹਿ ਰਿਹਾ, ਇਹਨਾਂ ਗੱਲਾਂ ਦੀ ਇੱਕ ਟੁੱਟੀ ਦਵਾਨੀ ਦੀ ਵੀ ਕੀਮਤ ਨਹੀਂ ਹੋਣੀ ਚਾਹੀਦੀ। ਤੁਸੀਂ ਜੋ ਗੱਲ ਕਹਿ ਰਹੇ ਹੋ, ਤੁਹਾਡੀ ਗੱਲ ਦੀ ਕੋਈ ਕੀਮਤ ਨਹੀਂ ਹੋਣੀ ਚਾਹੀਦੀ। ਬੇਸ਼ੱਕ ਤੁਸੀਂ ਅਮੀਰ ਹੋ, ਪੜ੍ਹੇ ਹੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕੀਮਤ ਹੋਣੀ ਚਾਹੀਦੀ ਕਿ ਸੱਚ ਕੀ ਹੈ, ਯੂਨੀਵਰਸਲ ਟਰੁੱਥ ਕੀ ਹੈ। ਜੇ ਮੇਰੀ ਕੋਈ ਗੱਲ ਯੂਨੀਵਰਸਲ ਟਰੁੱਥ ਤੇ ਪੂਰੀ ਉਤਰਦੀ, ਉਹਨੂੰ ਮੰਨ ਲੈਣਾ ਚਾਹੀਦਾ ਹੈ। ਜੇ ਤੁਹਾਡੀ ਗੱਲ ਕੋਈ ਯੂਨੀਵਰਸਲ ਟਰੁੱਥ ਤੇ ਪੂਰੀ ਉਤਰਦੀ ਹੈ, ਮੇਰਾ ਫਰਜ਼ ਹੈ ਮੈਂ ਉਹਨੂੰ ਮੰਨ ਲਵਾਂ। ਯਾਨੀ ਸਾਡਾ ਫੈਸਲਾ ਤਾਂ ਹੋ ਸਕੇਗਾ ਜੇ ਅਸੀਂ ਯੂਨੀਵਰਸਲ ਟਰੁੱਥ ਨੂੰ ਬੇਸ ਬਣਾਈਏ। ਫਿਰ ਸਾਡੇ ਝਗੜੇ ਮੁੱਕ ਸਕਦੇ ਨੇ ਧਰਮਾਂ ਦੇ, ਫਿਰ ਮੇਰੇ ਤੁਹਾਡੇ ਵਿਵਾਦ ਖਤਮ ਹੋ ਸਕਦੇ ਨੇ, ਫਿਰ ਸਾਡੇ ਵਿਵਾਦ ਖਤਮ ਹੋਣਗੇ ਜੇ ਸੱਚਾਈ ਕੀ ਹੈ, ਯੂਨੀਵਰਸਲ ਟਰੁੱਥ ਕੀ ਹੈ, ਬ੍ਰਹਿਮੰਡੀ ਸੱਚ ਕੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ। ਗੁਰੂ ਤੋਂ ਬਿਨਾਂ, ਗਿਆਨ ਤੋਂ ਬਿਨਾਂ ਤੱਤ ਦੀ ਸਾਰ ਨਹੀਂ ਜਾਣੀ ਜਾਂਦੀ। ਤੱਤੈ ਸਾਰ ਨਾ ਜਾਣੀ, ਦੁਬਾਰਾ ਫਿਰ ਕਹਿੰਦੇ ਨੇ ਕਿ ਗੁਰੂ ਤੋਂ ਬਿਨਾਂ ਤੱਤ ਦੀ ਜਿਹੜੀ ਸਾਰ ਹੈ ਉਹ ਨਹੀਂ ਜਾਣੀ ਜਾਂਦੀ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ। ਹੁਣ ਜੋ ਸਿਮਰਤੀਆਂ ਸ਼ਾਸਤਰਾਂ ਰਾਹੀਂ ਜਾਂ ਧਰਮ ਗ੍ਰੰਥਾਂ ਰਾਹੀਂ ਜਾਂ ਜੋ ਧਰਮ ਪ੍ਰਚਾਰਕ ਪ੍ਰਚਾਰ ਕਰ ਰਹੇ ਨੇ, ਉਹ ਤਿੰਨ ਗੁਣਾਂ ਦੇ ਪ੍ਰਚਾਰ ਕਰਦੇ ਨੇ ਕਿ ਤਿੰਨ ਗੁਣ ਨੇ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ। ਭੁਲੇਖੇ ਦੇ ਕਾਰਨ, ਅਗਿਆਨਤਾ ਵਸ ਤਿੰਨਾਂ ਗੁਣਾਂ ਦੇ ਅੰਦਰ ਸੰਸਾਰ ਭਟਕ ਰਿਹਾ ਹੈ। ਤਿੰਨ ਗੁਣ ਕਿਹੜੇ ਨੇ? ਰਜਗੁਣ, ਤਮਗੁਣ ਔਰ ਸਤਗੁਣ। ਰਜਗੁਣ, ਤਮਗੁਣ, ਸਤਗੁਣ ਦੀ ਆਪਣੇ ਆਪਣੇ ਹਿਸਾਬ ਦੇ ਨਾਲ ਵਿਦਵਾਨ ਪੁਰਸ਼ਾਂ ਨੇ ਵਿਆਖਿਆ ਕੀਤੀ ਹੈ। ਚੌਥੇ ਪਦ ਦੀ ਗੱਲ ਗੁਰੂ ਜੀ ਕਰਦੇ ਨੇ ਕਿ ਇਹਨਾਂ ਤਿੰਨਾਂ ਗੁਣਾਂ ਤੋਂ ਉੱਤੇ ਇੱਕ ਜਿਹੜਾ ਜੀਵਨ ਹੈ ਉਹ ਚੌਥੀ ਪਦਵੀ ਹੈ।
ਤੇ ਚੌਥੀ ਪਦਵੀ ਵਾਸਤੇ ਆਮ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਦਸਮ ਦੁਆਰ ਵਿੱਚ ਪ੍ਰਾਣ ਚੜਾਓ ਤੇ ਸਮਾਧੀਆਂ ਲਾਓ। ਗੁਰਮਤਿ ਉਸ ਚੀਜ਼ ਨਾਲ ਸਹਿਮਤ ਨਹੀਂ ਹੈ। ਸਿੰਪਲ ਗੱਲ ਹੈ, ਸਾਧਾਰਨ ਤਰੀਕੇ ਨਾਲ ਗੁਰੂ ਜੀ ਨੇ ਸਾਨੂੰ ਬੜੇ ਸੌਖੇ ਤਰੀਕੇ ਨਾਲ ਸਮਝਾਇਆ ਹੈ। ਰਾਜਗੁਣ ਦਾ ਮਤਲਬ ਹੈ ਲੱਭ ਲੋਭ ਲਾਲਚ। ਲਿਖਣਾ ਹੋਵੇ ਲਿਖ ਲਓ, ਲੱਭ ਲੋਭ ਲਾਲਚ। ਕਈ ਲੋਕ ਇਸ ਸੰਸਾਰ ਵਿੱਚ ਜ਼ਿੰਦਗੀ ਜੀ ਰਹੇ ਨੇ ਤੇ ਉਲਾਰੂ ਜ਼ਿੰਦਗੀ ਹੈ, ਲਾਲਚ ਕਰੀ ਜਾ ਰਹੇ ਨੇ। ਬੇਗਾਨਾ ਹੱਕ ਖਾ ਲਓ, ਇਹ ਵੀ ਮੈਨੂੰ ਮਿਲ ਜਾਏ, ਦੂਜਾ ਤੀਜਾ ਉਹ ਮਿਲ ਜਾਏ। ਉਹ ਉਲਾਰੂ ਜ਼ਿੰਦਗੀ ਹੈ ਤੇ ਉਲਾਰੂ ਜ਼ਿੰਦਗੀ ਦੇ ਅੰਦਰ ਭਟਕਣਾ ਹੈ। ਜੇ ਸਾਰਿਆਂ ਦੀ ਉਲਾਰੂ ਜ਼ਿੰਦਗੀ ਹੋ ਜਾਏ ਨਾ ਤਾਂ ਫਿਰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ, ਫਿਰ ਜੀਵਨ ਵਿੱਚ ਕਦੇ ਸ਼ਾਂਤੀ ਨਹੀਂ ਰਹਿੰਦੀ। ਦੂਜਾ ਹੈ ਤਮਗੁਣ। ਤਮਗੁਣ ਦਾ ਮਤਲਬ ਅਗਿਆਨਤਾ ਵਾਲੇ ਕਰਮ ਕਰਨੇ। ਕਈਆਂ ਦੀ ਉਲਾਰੂ ਜ਼ਿੰਦਗੀ ਹੈ, ਅਗਿਆਨਤਾ ਵਾਲੇ ਕਰਮ ਕਰੀ ਜਾ ਰਹੇ ਨੇ, ਬਿਨਾਂ ਸੋਚਣ ਸਮਝਣ ਤੋਂ ਨਸ਼ੇ ਕਰੀ ਜਾ ਰਹੇ ਨੇ, ਜਾਂ ਉਹ ਕਰਮ ਕਾਂਡਾਂ ਵਿੱਚ ਉਲਝੇ ਹੋਏ ਨੇ, ਯਾਨੀ ਅਗਿਆਨਤਾ ਭਰੇ ਕਰਮ ਜਿਨ੍ਹਾਂ ਦੇ ਰਿਜ਼ਲਟ ਦਾ ਹੀ ਨਹੀਂ ਪਤਾ ਕੀ ਨਿਕਲਣਾ ਹੈ, ਉਲਾਰੂ ਨੇ। ਤੀਜਾ ਹੈ ਸਤਗੁਣ। ਸਤਗੁਣ ਦਾ ਮਤਲਬ ਹੈ ਤਿਆਗ, ਕਿ ਉਹ ਇਸ ਸੰਸਾਰ ਨੂੰ ਹੀ ਤਿਆਗ ਗਏ ਨੇ। ਨਾ ਉਹਨਾਂ ਨੂੰ ਲੱਭ ਲੋਭ ਲਾਲਚ, ਨਾ ਉਹ ਕਰਮ ਕਾਂਡੀ ਨੇ, ਸੰਸਾਰ ਨੂੰ ਛੱਡ ਕੇ ਚਲੇ ਗਏ ਕਿ ਅਸੀਂ ਸਤੋ ਗੁਣੀ ਆ, ਜੇ ਕੁਛ ਮਿਲ ਜਾਏਗਾ ਤੇ ਖਾ ਲਾਂਗੇ, ਕੰਦ ਮੂਲ ਖਾ ਲਿਆ, ਮੰਗ ਕੇ ਖਾ ਲਿਆ। ਉਹ ਸੰਸਾਰ ਨੂੰ ਛੱਡ ਕੇ ਚਲੇ ਗਏ। ਇਹ ਤਿੰਨੇ ਹੀ ਉਲਾਰੂ ਨੇ। ਨਾ ਤੇ ਮੇਰੇ ਲਾਭ ਲੋਭ ਦੇ ਨਾਲ ਹੀ ਬਈ ਕੰਮ ਚੱਲਦਾ ਹੈ ਕਿ ਆਪ ਹੀ ਲਾਲਚ ਕਰੀ ਜਾਓ, ਸਾਰਾ ਕੁਝ ਮੇਰੇ ਕੋਲ ਹੀ ਆਈ ਜਾਏ, ਤੇ ਨਾ ਅਗਿਆਨਤਾ ਦੇ ਨਾਲ ਕੰਮ ਕਰਦਾ। ਜੇ ਗਿਆਨ ਦੀ ਵਰਤੋਂ ਨਹੀਂ ਕਰਾਂਗੇ ਤਾਂ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਆਏਗੀ। ਤੇ ਜੇ ਸੰਸਾਰ ਨੂੰ ਛੱਡ ਕੇ ਚਲੇ ਜਾਈਏ, ਭੈਣਾਂ ਭਰਾਵਾਂ ਨਾਲ, ਸਮਾਜ ਨਾਲ, ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਨਾਲ ਮੇਲ ਵਰਤਨਾ ਰੱਖੀਏ, ਤਾਂ ਵੀ ਜ਼ਿੰਦਗੀ ਨਹੀਂ ਚੱਲੇਗੀ। ਚੌਥੀ ਗੱਲ, ਜੋ ਚੌਥੀ ਪਦਵੀ ਹੈ, ਉਹ ਹੈ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ, ਸਚਿਆਰ ਹੋਣਾ, ਹੁਕਮ ਦੇ ਵਿੱਚ ਕਰਨਾ, ਸਿਸਟਮ ਦੇ ਵਿੱਚ ਰਹਿਣਾ। ਇਹ ਚੌਥੀ ਪਦਵੀ ਹੈ। ਮੀਨਸ ਕਿ ਉਲਾਰੂ ਜ਼ਿੰਦਗੀ ਨਹੀਂ, ਬੈਲੈਂਸ ਹੈ ਜੀਵਨ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਨਵਰਟ ਕਰ ਦਿੱਤਾ ਹੈ। ਕਾਮ ਲੱਜਾ ਔਰ ਹਯਾ ਵਿੱਚ ਬਦਲ ਗਿਆ ਹੈ, ਕ੍ਰੋਧ ਵੀਰ ਰਸ ਵਿੱਚ ਬਦਲ ਗਿਆ ਹੈ, ਲੋਭ ਸੰਤੋਖ ਦਾ ਰੂਪ ਧਾਰਨ ਕਰ ਗਿਆ, ਮੋਹ ਪ੍ਰੇਮ ਦਾ ਰੂਪ ਧਾਰਨ ਕਰ ਗਿਆ ਹੈ, ਅਹੰਕਾਰ ਨਿਮਰਤਾ ਔਰ ਸਵਾਭਿਮਾਨ ਵਿੱਚ ਕਨਵਰਟ ਹੋ ਗਿਆ ਹੈ। ਬਿਲਕੁਲ ਬੈਲੈਂਸ ਜੀਵਨ ਹੈ। ਨਾ ਲਾਲਚ ਹੈ, ਨਾ ਮੈਂ ਆਪਣੇ ਹੱਕਾਂ ਨੂੰ ਹੀ ਗਵਾ ਰਿਹਾ ਹਾਂ, ਨਾ ਮੈਂ ਕਿਸੇ ਦੇ ਹੱਕ ਖਾ ਰਿਹਾ ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਤਿਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਸੁੱਤਿਆਂ ਅਗਿਆਨਤਾ ਦੇ ਅੰਦਰ ਹੀ ਸਾਰੀ ਰਾਤ ਬੀਤ ਜਾਂਦੀ। ਰਾਤ ਦਾ ਮਤਲਬ ਉਮਰ। ਬੰਦਾ ਸਾਰੀ ਜ਼ਿੰਦਗੀ ਹੀ ਇਹਨਾਂ ਵਿਕਾਰਾਂ ਵਿੱਚ ਹੀ ਗਵਾ ਦਿੰਦਾ ਹੈ, ਅਗਿਆਨਤਾ ਵਿੱਚ ਹੀ ਗਵਾ ਦਿੰਦਾ ਹੈ। ਇਹਨੂੰ ਸਮਝ ਹੀ ਨਹੀਂ ਆਉਂਦੀ ਕਿ ਮੈਂ ਜ਼ਿੰਦਗੀ ਵਿੱਚ ਕਰਨਾ ਕੀ ਸੀ, ਮੇਰੇ ਜੀਵਨ ਵਿੱਚ ਸੁੱਖ ਸ਼ਾਂਤੀ ਕਿਵੇਂ ਆ ਸਕਦੀ ਹੈ। ਦੇਖੋ, ਸਾਡੀ ਆਮ ਜੋ ਜ਼ਿੰਦਗੀ ਹੈ ਨਾ ਪਰਿਵਾਰਾਂ ਦੀ, ਕਿਵੇਂ ਸਾਡੀ ਅਗਿਆਨਤਾ ਵਿੱਚ ਜ਼ਿੰਦਗੀ ਬੀਤ ਰਹੀ ਹੈ। ਸਾਡੇ ਘਰਾਂ ਦੇ ਵਿੱਚ ਕਲ ਕਲੇਸ਼ ਹੈ ਨਾ, ਹਰ ਘਰ ਦੇ ਵਿੱਚ ਕਰੀਬ ਹੁੰਦਾ ਹੈ। ਕੁਝ ਚੰਦ ਲੋਕ ਹੁੰਦੇ ਨੇ ਜਿਹੜੇ ਬਚੇ ਹੁੰਦੇ ਨੇ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਐਸਾ ਕੁਝ ਨਹੀਂ ਹੁੰਦਾ ਕਲ ਕਲੇਸ਼। ਬੜੇ ਸੁਖੀ ਪਰਿਵਾਰ ਨੇ, ਬੜੇ ਚੰਗੇ ਲੋਕ ਨੇ, ਪਰ ਬਹੁਗਿਣਤੀ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਕਿ ਸਾਡੇ ਘਰ ਕਲੇਸ਼ ਪਵੇ, ਲੇਕਿਨ ਹਰ ਘਰ ਦੇ ਵਿੱਚ ਫਿਰ ਪੈ ਜਾਂਦਾ ਹੈ। ਕਿਉਂ? ਕਿਉਂਕਿ ਸੁੱਤਾ ਹੋਇਆ ਅਗਿਆਨਤਾ ਹੈ ਨਾ, ਆਪਣੀ ਈਗੋ ਦੇ ਵਿੱਚ ਵੱਜੇ ਨੇ। ਪਤਨੀ ਆਪਣੀ ਈਗੋ ਵਿੱਚ, ਪਤੀ ਆਪਣੀ ਈਗੋ ਵਿੱਚ। ਹੰਕਾਰ, ਛੋਟੇ ਹੰਕਾਰ, ਛੋਟਾ ਗੁੱਸਾ ਵੱਡੇ ਰਿਸ਼ਤਿਆਂ ਨੂੰ ਤੋੜ ਦਿੰਦਾ ਹੈ। ਕਿਉਂਕਿ ਸੁੱਤਾ ਹੋਇਆ ਬੰਦਾ, ਅਚੇਤ ਹੈ ਬੰਦਾ, ਸਮਝ ਨਹੀਂ ਹੈ, ਗਿਆਨ ਦੀ ਵਰਤੋਂ ਨਹੀਂ ਕਰ ਰਿਹਾ। ਗੁਰ ਕਿਰਪਾ ਤੇ ਸੇ ਜਨ ਜਾਗੇ। ਹੁਣ ਜਾਗੇ ਕੌਣ? ਸੁਚੇਤ ਕੌਣ ਹੋਏ ਨੇ? ਗੁਰ ਕਿਰਪਾ ਤੇ, ਗੁਰੂ ਦੀ ਕਿਰਪਾ ਦੇ ਨਾਲ ਉਹ ਲੋਕ ਜਾਗੇ ਨੇ। ਗੁਰੂ ਦੀ ਕਿਰਪਾ, ਜਿਨ੍ਹਾਂ ਨੇ ਗੁਰੂ ਦਾ ਗਿਆਨ ਹਾਸਲ ਕੀਤਾ ਹੈ, ਜਿਨ੍ਹਾਂ ਨੇ ਗੁਰੂ ਤੋਂ ਵੇ ਆਫ ਲਾਈਫ ਸਿੱਖਿਆ ਹੈ, ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਦੇ ਮਨ ਦੇ ਵਿੱਚ ਹਰ ਵਸ ਗਿਆ, ਰੱਬ ਦੇ ਗੁਣ ਵਸ ਗਏ। ਗੁਰੂ ਗਿਆਨ ਦੀ ਅਗਵਾਈ ਵਿੱਚ ਜਿਨ੍ਹਾਂ ਦੀ ਸੋਚ ਦੇ ਅੰਦਰ ਰੱਬੀ ਗੁਣ ਵਸ ਗਏ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਪਿਆਰ, ਮੁਹੱਬਤ, ਜਿਨ੍ਹਾਂ ਦੀ ਮੈਂਟੈਲਿਟੀ ਦੇ ਅੰਦਰ ਇਹ ਗੁਣ ਵਸ ਗਏ, ਉਹ ਸਮਝ ਲਓ ਜਾਗ ਗਏ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਦੇ ਮਨ 'ਚ ਹਰੀ ਵਸ ਗਿਆ, ਰੱਬ ਦੇ ਗੁਣ ਵਸ ਗਏ। ਤੇ ਉਹਨਾਂ ਦੀ ਨਿਸ਼ਾਨੀ ਕੀ ਹੈ? ਬੋਲੇ ਅੰਮ੍ਰਿਤ ਬਾਣੀ। ਉਹ ਆਤਮਿਕ ਜੀਵਨ ਦੇਣ ਵਾਲੀ ਬਾਣੀ ਬੋਲਦੇ ਨੇ। ਉਹਨਾਂ ਦੇ ਬੋਲਾਂ ਤੋਂ ਪਤਾ ਲੱਗੇਗਾ,
ਉਹਨਾਂ ਦੀ ਬੋਲ ਬਾਣੀ ਆਤਮਿਕ ਜੀਵਨ ਦੇਣ ਵਾਲੀ ਹੋਵੇਗੀ, ਉਹਨਾਂ ਦੀ ਬੋਲ ਬਾਣੀ ਅੰਦਰ ਪੋਜ਼ਿਟਿਵਿਟੀ ਹੋਵੇਗੀ, ਉਹ ਕਿਸੇ ਦੇ ਅੰਦਰ ਵਿਲ ਪਾਵਰ ਪੈਦਾ ਕਰ ਦੇਣਗੇ, ਉਹਨਾਂ ਦੇ ਬੋਲ ਡਿੱਗੇ ਹੋਏ ਬੰਦੇ ਨੂੰ ਉੱਠਣ ਲਈ ਤੋਰ ਦੇਣਗੇ। ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਉਹਨਾਂ ਮਨੁੱਖਾਂ ਦੇ ਅੰਦਰ ਅਣਖ, ਇੱਜ਼ਤ ਔਰ ਗੈਰਤ ਅਤੇ ਬਲ ਤੇ ਵਿਲ ਪਾਵਰ ਪੈਦਾ ਕਰ ਦਿੰਦੇ ਨੇ, ਜਿਨ੍ਹਾਂ ਨੂੰ ਚਿੜੀਆਂ ਕਿਹਾ ਜਾਂਦਾ ਸੀ, ਤੇ ਉਹ ਚਿੜੀਆਂ ਅਖਵਾਨ ਵਾਲੇ ਬਾਜਾਂ ਦੀਆਂ ਡਾਰਾਂ ਨੂੰ ਘੇਰ ਕੇ ਲਹੂ ਲੁਹਾਨ ਕਰ ਦਿੰਦੇ। ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਉਹਨਾਂ ਲੋਕਾਂ ਦੇ ਅੰਦਰ ਤਾਕਤ ਪੈਦਾ ਕਰਦੇ ਨੇ ਜਿਨ੍ਹਾਂ ਨੂੰ ਗਿੱਦੜ ਕਿਹਾ ਜਾਂਦਾ ਸੀ, ਤੇ ਉਹ ਗਿੱਦੜ ਜਿਹੜੇ ਨੇ ਸ਼ੇਰਾਂ ਨੂੰ ਘੇਰ ਕੇ ਮੈਦਾਨ ਵਿੱਚ ਰੱਖਦੇ ਨੇ, ਬੋਲ ਨੇ ਨਾ। ਇਸ ਲਈ ਉਸ ਬੰਦੇ ਦੀ ਬੋਲ ਬਾਣੀ ਵਿੱਚ ਪਾਵਰ ਹੋਈ, ਤਾਕਤ ਹੋਈ, ਕਿਉਂਕਿ ਉਹਦੇ ਅੰਦਰ ਉਹ ਸੱਚਾਈ ਹੈ। ਉਹਨੂੰ ਇਸ ਗੱਲ ਦੀ ਸਮਝ ਹੈ ਕਿ ਮੈਂ ਰੱਬ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ, ਉਹਦਾ ਰੂਪ ਹਾਂ, ਮੇਰੇ ਮਨ ਦੇ ਅੰਦਰ ਉਹ ਵਸ ਰਿਹਾ ਹੈ, ਮਨ ਤੂੰ ਜੋਤ ਸਰੂਪ ਹੈ। ਉਹਨੂੰ ਇਸ ਗੱਲ ਦੀ ਸਮਝ ਹੈ, ਤੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਿਸ ਦੇ ਅੰਦਰ ਇਹ ਜਾਗਰਤ ਪੈਦਾ ਹੋਈ ਹੈ, ਉਹ ਦੂਜਿਆਂ ਦੇ ਅੰਦਰ ਵੀ ਇਹ ਜਾਗਰਤੀ ਪੈਦਾ ਕਰੇਗਾ ਕਿ ਸੱਜਣਾ ਤੂੰ ਇਹ ਕੰਮ ਕਰ ਸਕਦਾ ਹੈ। ਆਗਾਹੂ ਕੁਤਰਾਗ ਪਿੱਛਾ ਫੇਰ ਨਾ ਮੁੜੜਾ, ਨਾਨਕ ਸਿਜ ਇਵੇ ਹਵਾਰ ਬਹੁੜ ਨਾ ਹੋਵੇ ਜਨਮੜਾ। ਉਹ ਪੋਜ਼ਿਟਿਵ ਬੋਲ ਬੋਲਣਗੇ, ਆਤਮਿਕ ਜ਼ਿੰਦਗੀ ਦੇਣ ਵਾਲੇ, ਇਨਸਾਨੀਅਤ ਪੈਦਾ ਕਰਨ ਵਾਲੇ ਬੋਲ ਬੋਲਣਗੇ। ਕੌਣ? ਜੋ ਗੁਰੂ ਦੀ ਕਿਰਪਾ ਦੇ ਨਾਲ ਜਾਗੇ ਨੇ। ਤੇ ਅਖੀਰ ਵਿੱਚ ਕਹਿੰਦੇ ਨੇ, ਕਹਿ ਨਾਨਕ ਸੋ ਤਤ ਪਾਏ। ਉਹ ਜ਼ਿੰਦਗੀ ਦੀ, ਸੰਸਾਰ ਦੀ ਅਸਲੀਅਤ ਨੂੰ ਪਾ ਲਵੇਗਾ, ਪਛਾਣ ਲਵੇਗਾ, ਰੱਬ ਨੂੰ ਪਾ ਲਵੇਗਾ। ਆਨ ਦਿਨ ਹਰ ਲਿਵ ਲਾਗੈ, ਜਿਸ ਦੇ ਅੰਦਰ ਦਿਨ ਰਾਤ ਹਰ ਵੇਲੇ ਰੱਬ ਦੀ ਲਗਨ ਲੱਗੀ ਹੈ, ਸ਼ੁਭ ਗੁਣਾਂ ਦੀ ਲਗਨ ਲੱਗੀ ਹੈ। ਜਾਗਤ ਰਹਿਣ ਵਿਹਾਣੀ ਉਸ ਬੰਦੇ ਦੀ ਫਿਰ ਜਾਗਦਿਆਂ ਰਾਤ ਬੀਤੇਗੀ, ਸੁਚੇਤ ਅਵਸਥਾ ਵਿੱਚ ਬੀਤੇਗੀ। ਉਹ ਕਦੇ ਅਗਿਆਨਤਾ ਵਾਲੇ ਕਰਮ ਨਹੀਂ ਕਰੇਗਾ। ਜਾਗਦਾ ਕੌਣ ਹੈ? ਜਿਹਦੀ ਸੁਰਤ ਕੇਵਲ ਸੱਚ ਵਾਸਤੇ ਕੰਮ ਕਰ ਰਹੀ ਹੈ, ਚੰਗੇ ਗੁਣਾਂ ਵਾਸਤੇ ਕੰਮ ਕਰ ਰਹੀ ਹੈ। ਜੋ ਮਨ ਵਚਨ ਕਰਮ ਕਰਕੇ ਸੱਚ ਦਾ ਧਾਰਨੀ ਹੈ, ਉਹਨੇ ਤਤ ਨੂੰ ਪਾ ਲਿਆ ਹੈ, ਉਹਨੇ ਸਚਿਆਰਤਾ ਨੂੰ ਸਮਝ ਲਿਆ ਹੈ ਕਿ ਰੱਬ ਸਚਿਆਰ ਹੈ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਤੇ ਮੈਂ ਵੀ ਸਚਿਆਰ ਹੋਣਾ ਹੈ। ਉਹਨੇ ਇਸ ਚੀਜ਼ ਨੂੰ ਸਮਝ ਲਿਆ ਹੈ, ਉਹਨੇ ਤਤ ਨੂੰ ਪਾ ਲਿਆ ਹੈ, ਸੱਚ ਨੂੰ ਜਾਣ ਲਿਆ ਹੈ, ਤੇ ਜਿਹਦੇ ਫਿਰ ਦਿਨ ਰਾਤ ਲਗਨ ਲੱਗ ਜਾਂਦੀ ਸੱਚ ਦੀ। ਜੋ ਗਿਆਨ ਦੀ ਅਵਸਥਾ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ, ਫਿਰ ਉਹਦੇ ਜੀਵਨ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ। ਉਹ ਫਿਰ ਕਹਿੰਦਾ ਹੈ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਇਸ ਪਾਵਨ ਬਾਣੀ ਤੋਂ ਸੇਧ ਲੈ ਕੇ ਤੇ ਬੜੇ ਸੌਖੇ ਤਰੀਕੇ ਦੇ ਨਾਲ ਆਪਣੇ ਜੀਵਨ ਵਿੱਚ ਆਨੰਦ ਪੈਦਾ ਕਰ ਸਕਦੇ ਹਾਂ। ਇਹ ਪੋਸੀਬਿਲਿਟੀ ਮੇਰੇ ਵਿੱਚ ਵੀ ਹੈ, ਇਹ ਤੁਹਾਡੇ ਵਿੱਚ ਵੀ ਹੈ। ਇਸਤਰੀਆਂ, ਪੁਰਸ਼ਾਂ, ਬੱਚਿਆਂ, ਜਵਾਨਾਂ, ਬਜ਼ੁਰਗਾਂ, ਹਰ ਇੱਕ ਦੇ ਅੰਦਰ ਇਹ ਸੰਭਾਵਨਾ ਹੈ। ਗੱਲ ਤਾਂ ਕੇਵਲ ਤੁਰਨ ਦੀ ਹੈ, ਗੱਲ ਤਾਂ ਕੇਵਲ ਸੋਚ ਨੂੰ ਚੇਂਜ ਕਰਨ ਦੀ ਹੈ, ਹੋਰ ਕੁਝ ਵੀ ਨਹੀਂ ਹੈ। ਗੁਰੂ ਰਹਿਮਤ ਕਰੇ ਅਸੀਂ ਗੁਰਬਾਣੀ ਤੋਂ ਸੇਧ ਲੈ ਕੇ ਆਨੰਦਮਈ ਜ਼ਿੰਦਗੀ ਜੀ ਸਕੀਏ। ਮੈਂ ਇਹਨਾਂ ਕੁਝ ਕਹਿੰਦਾ ਖਿਮਾ ਦਾ ਜਾਚਕ ਹਾਂ। ਅੱਜ ਦੀਆਂ ਇਹਨਾਂ ਦੋ ਪੌੜੀਆਂ ਦੇ ਅੰਦਰ ਜੋ ਆਪਾਂ ਵਿਚਾਰ ਕੀਤੀ ਹੈ, ਇਸ ਪ੍ਰਥਾ ਹੈ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ, ਉਹ ਆਪਣਾ ਸਵਾਲ ਰੱਖ ਸਕਦੇ ਨੇ। ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ, ਉਹ ਆਪਣੇ ਵਿਊਜ਼ ਦੇ ਸਕਦੇ ਨੇ। ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ, ਬਹੁਤ ਬਹੁਤ। ਤੇ ਜਿੱਦਾਂ ਆਪ ਜੀ ਨੇ ਸੁਣਿਆ ਹੀ ਆ ਜੀ ਕਿ ਅੱਜ ਦੀਆਂ ਜਿਹੜੀਆਂ ਦੋ ਪੌੜੀਆਂ ਆਨੰਦ ਸਾਹਿਬ ਦੀਆਂ ਕੀਤੀਆਂ, ਗਿਆਨੀ ਜੀ ਨੇ ਵਿਆਖਿਆ ਕੀਤੀ ਹੈ 26 ਤੇ 27 ਪੌੜੀ, ਅਸੀਂ ਸਾਰਿਆਂ ਨੇ ਸਰਵਣ ਕਰ ਲਈ ਆ। ਉਹਦੇ ਵਿੱਚੋਂ ਜੇ ਆਪ ਜੀ ਨੂੰ ਕੋਈ ਸਵਾਲ, ਕੋਈ ਵਿਚਾਰ ਦੇਣਾ ਹੋਵੇ ਤਾਂ ਤੁਸੀਂ ਅਨਮਿਊਟ ਹੋ ਕੇ ਗੱਲਬਾਤ ਕਰ ਸਕਦੇ ਹਾਂ ਜੀ। ਤੇ ਬਾਕੀ ਅਸੀਂ ਥੋੜਾ ਅਪੋਲੋਜਾਈਜ਼ ਕਰਦੇ ਹਾਂ, ਗਿਆਨੀ ਜੀ ਦੇ ਕਥਾ ਦੇ ਦੌਰਾਨ ਥੋੜਾ ਜਿਹਾ ਡਿਸਟਰਬੈਂਸ ਹੋਈ ਸੀ, ਤੇ ਠੀਕ ਹੈ, ਇੱਕਦਮ ਠੀਕ ਹੋ ਗਈ ਆ, ਬਹੁਤਾ ਨਹੀਂ ਕਰਨਾ ਪਿਆ। ਤੇ ਅਸੀਂ ਸਾਡੇ ਦੋ ਨਵੇਂ ਮੈਂਬਰ ਅੱਜ ਜੁੜੇ ਆ ਜੀ। ਇੱਕ ਹੈਗਾ ਜੀ ਨੀਤਾ ਨਾਗਪਾਲ। ਪਹਿਲੀ ਵਾਰ ਉਹਨਾਂ ਦਾ ਸਕਰੀਨ ਤੇ ਮੈਂ ਦੇਖਿਆ ਸੀਗਾ, ਉਹਨਾਂ ਨੂੰ ਬਹੁਤ ਵੈਲਕਮ ਜੀ ਅੱਜ। ਤੇ ਦੂਸਰੇ ਹੈਗੇ ਸਾਡੇ ਨਾਲ ਮੋਹਨੀ ਜੀ, ਉਹ ਵੀ ਅੱਜ ਮੈਂ ਦੇਖ ਕੇ ਸਾਡੀ ਗੱਲਬਾਤ ਹੋਈ ਸੀ। ਇਨਫੈਕਟ ਉਹ ਅਨਮਿਊਟ ਹੋਏ ਹੋ ਆ ਜੀ, ਜੇ ਉਹਨਾਂ ਨੇ ਕੋਈ ਗੱਲ ਕਰਨੀ ਆ ਤਾਂ ਪੁੱਛਣੀ ਆ, ਤੁਸੀਂ ਗੱਲ ਕਰ ਲਓ। ਮੋਹਨੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ
ਇਹ ਕੋਈ ਗੱਲ ਖਾਸ ਨਹੀਂ ਪੁੱਛਣੀ ਜੀ। ਮੈਨੂੰ ਤਾਂ ਬਹੁਤ ਚੰਗਾ ਲੱਗ ਰਿਹਾ ਜੁੜ ਕੇ ਤੁਹਾਡੇ ਸਾਰਿਆਂ ਨਾਲ, ਤੇ ਭਾਈ ਸਾਹਿਬ ਨੇ ਇਤਨੀ ਅੱਛੀ ਤਰ੍ਹਾਂ ਵਿਆਖਿਆ ਕੀਤੀ ਹੈ ਕਿ ਮਨ 'ਚ ਉਤਰ ਰਹੀ ਹੈ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਧੰਨਵਾਦ ਮੇਰੀ ਭੈਣ। ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ। ਤੇ ਹੋਰ ਵੀ ਜਿਹੜੇ ਕੋਈ ਨਵੇਂ ਸਰੋਤੇ ਸਾਡੇ ਨਾਲ ਜੁੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਹੋਰ ਕਿਸੇ ਨੇ ਅਨਮਿਊਟ ਤਾਂ ਨਹੀਂ ਹੋਇਆ ਜੀ? ਇਹਦਾ ਮਤਲਬ ਸਾਰੇ ਸੈਟਿਸਫੈਕਟਰੀ ਹੈ ਜੀ ਸਾਡਾ ਅੱਜ ਦਾ ਪ੍ਰੋਗਰਾਮ। ਤੇ ਜੇ ਕਿਸੇ ਨੇ ਕੋਈ ਗੱਲਬਾਤ ਕਰਨੀ ਤਾਂ ਨੀਤਾ ਗੀਤ, ਇੱਕ ਮਿੰਟ ਨੀਤਾ ਨਾਗਪਾਲ ਜੀ। ਹਾਂਜੀ, ਹੈਲੋ ਨੀਤਾ ਜੀ। हेलो जी। ਹਾਂਜੀ, ਤੁਸੀਂ आ रही है आवाज आ रही है ਰਹੀ ਹੈ ਜੀ, ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਗੱਲ ਕਰੋ। अच्छा जी, मैनू बहुत अच्छा लग रहा है। मैं दो तीन दिन हो गए मैं कथा सुन रही हूँ भाई साहब दी जी। बड़ा आनंद आ रहा है। मैं पूना तो हाँ, इंडिया तो जी। मेरे कजन सिस्टर अब्रॉड हैं तो उन्होंने थोड़ा लिंक भेजा सी। ठीक है जी। जसपाल जी है ना, उन्होंने लिंक भेजा सी तो फिर मैं हुन फॉलो कर रही हूँ थोड़ा। अच्छा लग रहा है मनु, काफी कुछ नॉलेज मिल रही है। ठीक है जी, धन्यवाद जी ਤੁਹਾਡਾ ਬਹੁਤ ਬਹੁਤ ਜੁੜਨ ਦਾ ਵੀ, ਤੇ ਇਸੇ ਤਰ੍ਹਾਂ ਜੁੜਿਓ। ਤੇ ਨਾਲੇ ਤੁਹਾਡੇ ਕਜ਼ਨ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਹੋਰਨਾਂ ਨੂੰ ਵੀ ਜੇ ਤੁਸੀਂ ਕਹਿ ਸਕੋ ਤਾਂ ਉਹ ਵੀ ਆ ਜਾਣ। ਤੇ ਬਹੁਤ ਬਹੁਤ ਧੰਨਵਾਦ। ਜਗਜੀਤ ਕੌਰ ਜੀ। ਹਾਂਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਫੀ ਮੰਗਦੀ, ਅੱਜ ਮੈਂ ਲੇਟ ਜੁਆਇਨ ਕੀਤਾ ਬਿਕੋਜ਼ ਮੈਂ ਇੱਕ ਹੋਰ ਜ਼ੂਮ ਅਟੈਂਡ ਕਰਕੇ ਹਟੀ ਹਾਂ ਜਿਹਦੇ ਚ ਉਹਨਾਂ ਨੇ ਕਾਫੀ ਅੱਛੀ ਡਿਸਕਸ਼ਨ ਕੀਤੀ ਸੀ ਗੁਰਬਾਣੀ ਦੇ ਬਾਰੇ ਹੀ, ਵੀ ਕਿਸ ਤਰ੍ਹਾਂ ਉਚਾਰਨ ਕਰਨਾ ਗ੍ਰਾਮੈਟਿਕਲੀ, ਔਰ ਜਿਹੜੇ ਕੁਝ ਕੁਐਸਚਨ ਸੀ ਕਿ ਉਹਨਾਂ ਦੇ ਅਖੰਡ ਪਾਠ ਕਰਨਾ ਚਾਹੀਦਾ ਨਹੀਂ ਰੱਖਣਾ ਚਾਹੀਦਾ, ਬੜੇ ਤਰ੍ਹਾਂ ਦੇ ਪਾਠ ਹਨ। ਸੋ ਦੈਟ ਵਾਸ ਵੈਰੀ ਇੰਟਰਸਟਿੰਗ। ਉੱਥੋਂ ਵੀ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ। ਬਟ ਇੱਕ ਗੱਲ ਹੈ ਕਿ ਵੀ ਮੇਰਾ ਅੱਜ ਪਹਿਲਾ ਸੈਸ਼ਨ ਮਿਸ ਹੋ ਗਿਆ ਸੀ ਥੋੜਾ ਜਿਹਾ। ਬਟ ਸਾਰੀ ਸੰਗਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜਾ ਲੇਟ ਆਉਣ ਦਾ ਡਰ ਤੁਹਾਨੂੰ ਲੱਗ ਸਕਦਾ, ਅਗਲੀ ਵਾਰੀ ਕੱਲ ਨੂੰ ਆਪਾਂ ਮਿਲਦੇ ਹਾਂ ਫਿਰ, ਤੇ ਫਿਰ ਦੱਸ ਦਿਆਂਗੇ ਕਿਹੜਾ। ਪਹਿਲੀ ਵਾਰੀ ਲੇਟ ਹੋਈਆਂ। ਚਲੋ ਜੀ, ਪਹਿਲੀ ਵਾਰ ਮਾਫ ਆ। ਕੱਲ ਨੂੰ ਹੁਣ ਦੇਖਦੇ ਆ, ਫਿਰ ਕੱਲ ਨੂੰ ਜੁਆਇਨ ਕਰਦੇ ਆ। ਫਿਰ ਤੁਸੀਂ ਉਧਰੋਂ ਲੇਟ ਕਰ ਆਉਂਦੇ ਆ ਕਿ ਆਪਣੇ ਰੋਟੀ ਪਾਣੀ ਛਕਣ ਕੇ ਬਾਅਦ ਲੇਟ? ਇਹ ਤਾਂ ਅੱਜ ਦਾ ਹੀ ਜ਼ੂਮ ਸੀਗਾ, ਕੱਲ ਤੇ ਮੈਂ ਆ ਜਾਵਾਂਗੀ, ਹਾਜ਼ਰੀ ਪੜ ਜਾਵਾਂਗੀ ਸਵੇਰੇ। ਉਹ ਰੈਗੂਲਰ ਅਟੈਂਡ ਕਰਨਾ ਜੀ ਤੁਸੀਂ ਉਧਰ? ਨਹੀਂ ਅੱਜ ਤਾਂ ਮੈਨੂੰ ਇਸ ਟਾਈਮ ਬਸ ਇੱਕ ਫਰੈਂਡ ਨੇ ਲਿੰਕ ਫਾਰਵਰਡ ਕੀਤਾ ਸੀਗਾ, ਮੈਂ ਕਿਹਾ ਚਲੋ ਉਹ ਵੀ ਦੇਖ ਲੈਂਦੇ ਆ। ਠੀਕ ਹੈ ਜੀ, ਸਾਰੇ ਪਾਸੇ ਦੇਖਣਾ ਚਾਹੀਦਾ। ਸਾਰੇ ਇਨਫੋਰਮੇਸ਼ਨ ਹੈ ਜੀ ਸਾਰੀ, ਜਿੰਨੀ ਇਕੱਠੀ ਹੋ ਸਕਦੀ ਉਹਦੇ ਨਾਲ ਜੇ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਸੁਧਾਰ ਆ ਸਕਦਾ ਸਾਰਿਆਂ ਦੇ ਵਿੱਚ ਤਾਂ ਅਸੀਂ ਕਿਉਂ ਸਾਰੇ ਕਰਨ ਨੂੰ ਤਿਆਰ ਹਾਂ ਜੀ। ਤੇ ਬਹੁਤ ਵਧੀਆ ਜੀ, ਤੁਸੀਂ ਉਧਰੋਂ ਵੀ ਇਨਫੋਰਮੇਸ਼ਨ ਲਈ ਆ। ਤੇ ਬਸ ਮੈਨੂੰ ਇੱਕ ਚੀਜ਼ ਸੀਗੀ, ਬੜਾ ਮੈਂ ਅੱਜ ਤੱਕ ਨਹੀਂ ਸੀ ਸੁਣਿਆ। ਲੋਕੀ ਕਹਿੰਦੇ ਜੀ ਸੰਪਟ ਪਾਠ ਹੈ, ਸਹਿਜ ਪਾਠ ਹੈ, ਅਖੰਡ ਪਾਠ ਹੈ, ਪਰ ਇਹ ਜਿਹੜਾ ਭੋਰਾ ਪਾਠ ਹੈ ਮੈਨੂੰ ਅੱਜ ਪਤਾ ਲੱਗਿਆ ਵੀ ਉਹ ਭੋਰਾ ਪਾਠ ਕੀ ਹੁੰਦਾ। ਉਹ ਕੀ ਸੁਣਿਆ ਭੈਣ ਭੋਰਾ ਪਾਠ ਬਾਰੇ ਥੋੜਾ ਦੱਸੋ। ਉਹ ਵੀ ਜਿਹੜਾ ਗਿਆਨੀ ਜੀ ਸੀਗਾ ਉੱਥੇ ਇੰਡੀਆ ਤੋਂ ਹੀ, ਸਾਨੂੰ ਉਹ ਕਹਿੰਦੇ ਨੇ ਕਿ ਵੀ ਮੈਨੂੰ ਇਸ ਤਰ੍ਹਾਂ ਕਿਸੇ ਨੇ ਕਿਹਾ ਕਿ ਵੀ ਉਹ ਤਾਂ ਪਹਿਲੀ ਗੱਲ ਤਾਂ ਹੈਗੀ ਕਿ ਵੀ ਜਿਸ ਬੰਦੇ ਨੇ ਭੇਟਾ ਦੇ ਕੇ ਪਾਠ ਕਰਵਾਉਣਾ ਉਹਦਾ ਪਾਠ ਕੀਤਾ ਕਰਾਇਆ ਗਿਣਤੀ 'ਚ ਨਹੀਂ ਆਉਂਦਾ। ਤੇ ਉਹ ਕਹਿੰਦਾ ਫਿਰ ਮੈਨੂੰ ਇੱਕ ਸੱਜਣ ਮਿਲੇ ਜਿਹੜੇ ਕਹਿੰਦੇ ਸੀ ਕਿ ਵੀ ਮੈਂ ਤੁਸੀਂ ਮਤਲਬ ਪਾਠ ਦੀ ਕੀ ਕਹਿੰਦੇ ਨੇ ਕੀ ਹੈਗੀ ਹੈ, ਭੇਟਾ ਕੀ ਹੋਏਗੀ। ਉਸ ਤਰ੍ਹਾਂ ਤੇ ਵੱਖਰੀ ਭੇਟਾ, ਪਰ ਭੋਰਾ ਪਾਠ ਦੀ ਭੇਟਾ ਥੋੜੀ ਘੱਟ ਹੁੰਦੀ ਹੈ। ਭੋਰਾ ਪਾਠ ਨਹੀਂ ਹੁੰਦਾ। ਉਹ ਕਹਿੰਦੇ ਬਸ ਮੂੰਹ ਤੇ ਕੱਸ ਕੇ ਠਾਠਾ ਬੰਨ ਲਾ, ਜਿਸ ਤਰ੍ਹਾਂ ਭੋਰੇ ਕਰਦੇ ਨਾ ਗੁੰਗੁਨ ਪੜ੍ਹਨੀਆਂ ਨਹੀਂ ਤਾਂ ਬਸ ਕੂ ਕਰਕੇ ਪੜੀ ਜਾਓ, ਭੋਰਾ ਪਾਠ ਹੈ। ਅੱਛਾ, ਭੋਰਾ ਜਿਹੜਾ ਹਾਂਜੀ ਭੋਰਾ ਨਹੀਂ ਭੋਰਾ ਹਾਂਜੀ। ਤੇ ਮੈਂ ਕਹਿੰਦੀ ਉਹ ਸੁਚੇਤ ਹੀ ਕਰ ਰਹੇ ਸੀ ਸਾਨੂੰ, ਜਦ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ, ਇਹ ਸਾਰੀਆਂ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ। ਜਿਹੜੇ ਅਖੰਡ ਪਾਠ ਰਖਾਉਂਦੇ ਨੇ ਉਹ ਸਾਰੇ ਜਿਹੜੇ ਨੇ ਕੋਲ ਸੜਕਾਂ ਦੇ ਉੱਤੇ ਲੋਟਾ ਰੱਖੋ, ਪਾਣੀ ਭਰੋ, ਮੋਲੀ ਬਨੋ, ਇਹ ਕਰੋ, ਕਹਿੰਦੇ ਨੇ ਸਾਰੇ ਹਿੰਦੂ ਦੇ ਹੈਗੇ ਤੇ ਸਾਨੂੰ ਇਹਨਾਂ ਕਰਮ ਕਰਨਾ ਨਹੀਂ ਪੈਣਾ ਚਾਹੀਦਾ। ਇਹ ਸਭ ਮਨ ਮਾਤੇ ਕੀ ਹੈ। ਹਾਂਜੀ, ਅੱਛਾ ਸੀਗਾ ਉਹਨਾਂ ਦਾ ਵੀ ਆਪਣੇ ਵੱਲੋਂ, ਤੇ ਉਹ ਵੀ ਗਿਆਨ ਵੰਡ ਰਹੇ ਸਨ, ਲੋਕਾਂ ਨੂੰ ਸੁਚੇਤ ਕਰ ਰਹੇ ਸਨ। ਠੀਕ ਹੈ, ਧੰਨਵਾਦ। ਥੈਂਕ ਯੂ ਜੀ, ਧੰਨਵਾਦ ਜੀ। ਮੇਰਾ ਖਿਆਲ ਇਹਨੂੰ ਭੂੰਡ ਪਾਠ ਵੀ ਸ਼ਾਇਦ ਇਹਨੂੰ ਕਹਿੰਦੇ ਹੁੰਦੇ ਸੀਗੇ ਜੀ। ਕਈ ਨਾਂ ਰੱਖਿਓ ਜੀ। ਸਾਡੇ ਨਾਲ ਭੋਗਲ ਸਾਹਿਬ ਵੀ ਜੁਆਇਨ ਹੋਏ ਆ। ਭੋਗਲ ਸਾਹਿਬ ਤੁਸੀਂ ਵੀ ਗੱਲ ਕਰੋ। ਥੈਂਕ ਯੂ। ਹਾਂਜੀ, ਮੈਂ ਸਿਰਫ ਇਹ ਬੇਨਤੀ ਕਰਨੀ ਸੀ ਕਿ ਜਿੱਥੇ ਗਿਆਨੀ ਜੀ ਆਪਣਾ ਵਿਆਖਿਆ ਕਰਦੇ ਆ, ਜੋ ਉੱਥੇ 5-10 ਮਿੰਟ ਪਹਿਲਾਂ ਥੋੜੀ ਜਿਹੀ ਵਿਆਕਰਣ ਸਿਖਾ ਦਿਆ ਕਰਨ ਤਾਂ ਉਹਦਾ ਸਾਰਿਆਂ ਨੂੰ ਬਹੁਤ ਜ਼ਿਆਦਾ ਲਾਭ ਹੋਏਗਾ। ਮੈਂ ਕਿ ਵਿਆਕਰਣ ਥੋੜੀ ਸਿਖਾ ਦਿਆ ਕਰਨ 5-10 ਮਿੰਟ ਪਹਿਲਾਂ ਵਿਆਖਿਆ ਕਰਨ ਤੋਂ, ਉੱਥੇ ਸਾਨੂੰ ਇਹ ਲਾਭ ਹੋਏਗਾ ਕਿ ਸਾਨੂੰ ਆਪ ਅਰਥ ਕਰਨੇ ਆ ਜਾਣਗੇ। ਨਾਲ ਦੱਸੇ ਜਾਣ।
ਨਾਲ ਔਖਾ ਹੁੰਦਾ। ਪਹਿਲਾਂ 5-10 ਮਿੰਟ ਪਹਿਲਾਂ ਥੋੜੀ ਵਿਆਕਰਨ ਦੇ ਇੱਕ ਰੂਲ ਸਮਝਾਤਾ, ਸਮਝ ਲਓ ਹੈ ਨਾ, ਫਿਰ ਨੈਕਸਟ ਦੂਜੇ ਰੂਲ ਸਮਝਾ ਦੇਣ, ਫਿਰ ਤੀਜੇ ਦਿਨ ਤੀਜਾ, ਇਸ ਤਰ੍ਹਾਂ ਕਰਕੇ ਥੋੜਾ ਕਰਦੇ ਰਹਿਣ, ਫਿਰ ਨਾਲ ਫਿਰ ਵਾਕਿਆ ਕਰਨ ਬਾਅਦ ਚ। ਇਹਨਾਂ ਸਾਨੂੰ ਸਾਰਿਆਂ ਨੂੰ ਵਰਤ ਕਰਨੇ ਆ ਜਾਣਗੇ। ਕੋਈ ਨਾ, ਮੈਂ ਉਹ ਨਾ ਗਰੁੱਪ ਦੇ ਵਿੱਚ ਪਾਣੀ ਸ਼ੁਰੂ ਕਰ ਦਾਂਗਾ ਥੋੜੀ ਨਾ। ਹਾਂਜੀ ਉਧਰ ਕਰ ਦਿਓ। ਵਿਆਕਰਨ ਨਾਲ ਇਸ ਤਰ੍ਹਾਂ ਕਿ ਮੈਂ ਦੱਸੀ ਤਾਂ ਜਾਵਾਂਗਾ, ਹਾਂਜੀ ਹਾਂਜੀ। ਵਿਆਕਰਨ ਦੇ ਨਾਲ ਬਹੁਤੇ ਵੀਰਾਂ ਭੈਣਾਂ ਨੂੰ ਥੋੜਾ ਜਿਹਾ ਡਿਸਟਰਬ ਹੋ ਜਾਣਾ ਹੈ। ਹਾਂਜੀ ਬਿਲਕੁਲ ਸਹੀ ਗੱਲ ਹੈ। ਪਰ ਉਹਨੇ ਫਿਰ ਸਾਨੂੰ ਆਪ ਵਰਤ ਕਰਨੇ ਆ ਜਾਣਗੇ ਉਹਦੇ ਨਾਲ। ਠੀਕ ਹੈ, ਗੱਲ ਤੁਹਾਡੀ ਠੀਕ ਹੈ। ਮੇਰਾ ਖਿਆਲ ਜਿੱਦਾਂ ਗਿਆਨੀ ਜੀ ਨੇ ਕਿਹਾ ਨਾ, ਵੀ ਜਿਹੜੇ ਆਪਣਾ ਕਿਰਤ ਚਾਰਾ ਹੋਈ ਹੈ ਉਹਦੇ ਵਿੱਚ ਉਹ ਜਿਹੜਾ ਗਰੁੱਪ ਹੈਗਾ ਉਹਦੇ ਵਿੱਚ ਜੇ ਪਾ ਦੋਗੇ ਤਾਂ ਮੇਰਾ ਖਿਆਲ ਮੱਚ ਬੈਟਰ, ਕਿਉਂਕਿ ਤੁਸੀਂ ਆਪਣੇ ਇਕਾਂਤ ਦੇ ਵਿੱਚ ਵੀ ਉਸ ਚੀਜ਼ ਨੂੰ ਰਿਪੀਟ ਕਰਕੇ ਤਾਂ ਉਹ ਨਾਲ ਤੁਸੀਂ ਉਹਨਾਂ ਦੇ ਸਮਝ ਕੇ ਜਦੋਂ ਕਲਾਸ ਦੇ ਵਿੱਚ ਵੀ ਆਉਂਗੇ ਤਾਂ ਉਹਨਾਂ ਦੇ ਹੱਥ ਕਰ ਸਕਦੇ ਆ। ਹਾਂਜੀ, ਪਰ ਤੁਹਾਡਾ ਧੰਨਵਾਦ ਜੀ, ਬਹੁਤ ਜਾਨੀ ਸੁਜੈਸ਼ਨ ਦਾ ਬਹੁਤ ਧੰਨਵਾਦ। ਮਿਹਰਬਾਨੀ। ਹਾਂਜੀ, ਤੇ ਹੋਰ ਕੁਲਦੀਪ ਕੌਰ ਤੁਸੀਂ ਵੀ ਅਨਮਿਊਟ ਹੈ, ਤੁਸੀਂ ਗੱਲ ਕਰ ਰਹੇ ਸੀ? ਮੈਂ ਉਹਦੇ ਉਹ ਭੈਣ ਜੀ ਦੇ ਨਾਲ ਉਦੋਂ ਕੁਝ ਕਹਿ ਰਹੀ ਸੀ, ਬਸ ਨਾਲ ਕੁਝ ਨਹੀਂ ਪੁੱਛਣਾ। ਅੱਛਾ ਠੀਕ ਹੈ ਜੀ, ਥੈਂਕ ਯੂ ਜੀ ਤੁਹਾਡਾ। ਤੇ ਠੀਕ ਹੈ ਜੀ, ਹੋਰ ਤਾਂ ਮੇਰਾ ਖਿਆਲ ਹੁਣ ਕੋਈ ਨਹੀਂ ਅਨਮਿਊਟ ਹੈਗਾ ਜੀ। ਤੇ ਇੱਥੇ ਆਪਾਂ ਛੁੱਟੀਆਂ ਵਕਤ ਲੈ ਲਈਏ ਜੀ, ਸਾਰਿਆਂ ਕੋਲੋਂ ਸਮਾਪਤੀ ਕਰ ਲਈਏ, ਤੇ ਆਪਾਂ ਕੱਲ ਨੂੰ 2 ਵਜੇ ਫੇਰ ਮੁੜ ਕੇ ਆਣੇ ਆ ਜੀ ਇਸੇ ਤਰ੍ਹਾਂ। ਤੋਂ ਸਾਰਿਆਂ ਵੱਲੋਂ ਇੱਕ ਦੂਜੇ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।